ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਸ਼ੁਰੂ ਕੀਤੀ ਗਈ। ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਨੂੰ ਪ੍ਰੇਰਿਤ ਕੀਤਾ, ਦੂਸਰੇ ਨੇ ਤੀਸਰੇ ਨੂੰ ਪ੍ਰੇਰਿਤ ਕੀਤਾ। ਇਹ ਲਹਿਰ ਘਰ ਘਰ ਤੱਕ ਪਹੁੰਚਦੀ ਗਈ। ਕੁਝ ਸੰਸਥਾਵਾਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ। ਸਟੂਡੈਂਟਸ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕੀਤਾ। ਸ਼ੁਕਰ ਵਾਹਿਗੁਰੂ ਦਾ, ਹੁਣ ਤਾਂ ਬੱਚੇ ਵੀ ਪੁੱਛਣ ਲੱਗ ਗਏ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ। ਹੁਣ ਤਾਂ ਬੱਚਿਆਂ ਦੇ ਤੋਤਲੀ ਆਵਾਜ਼ ਵਿੱਚੋਂ ਨਿਕਲੇ ਹੋਏ ਇਹ ਸਵਾਲ ਸਾਨੂੰ ਹਲੂਣ ਦਿੰਦੇ ਹਨ, ਮਿੱਠਾ ਜਿਹਾ ਹਲੂਣਾ ਦਿੰਦੇ ਨੇ। ਜਿਹੜੇ ਇਦਾਂ ਸੋਚਦੇ ਸੀ ਚੱਲ ਕਰਾਂਗੇ, ਸ਼ੁਰੂ ਕਰਾਂਗੇ, ਕੱਲ੍ਹ ਨੂੰ ਕਰਾਂਗੇ, ਇਸ ਵੀਕਐਂਡ 'ਤੇ ਕਰਾਂਗੇ, ਟਾਈਮ ਨਹੀਂ ਹੈ। ਬੱਚਿਆਂ ਦੇ ਸਵਾਲਾਂ ਨੇ ਉਹਨਾਂ ਨੂੰ ਹਲੂਣ ਕੇ ਰੱਖ ਦਿੱਤਾ। ਆਪਾਂ ਸਾਰੇ ਗੁਰੂ ਦੀ ਕੌਮ ਦੇ ਲਈ ਆਪਾਂ ਵਾਰਨਾ ਹੈ, ਘਰ ਘਰ ਦੇ ਵਿੱਚ ਗੁਰੂ ਦਾ ਸੰਦੇਸ਼ ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਵਿੱਚ ਲਿਜਾਣੀ ਹੈ। ਅੱਜ ਜੇ ਬੱਚਿਆਂ ਦੇ ਅੰਦਰੋਂ ਵੀ ਇਹ ਸਵਾਲ ਉੱਠ ਰਹੇ ਨੇ ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ, ਆਓ ਖੁਦ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰੀਏ। ਪਰਿਵਾਰ ਦਾ ਕੋਈ ਵੀ ਮੈਂਬਰ ਵਾਂਝਾ ਨਾ ਰਹਿ ਜਾਵੇ, ਕੋਈ ਰਿਸ਼ਤੇਦਾਰ, ਸ਼ਰੀਕੇ ਵਿੱਚੋਂ, ਮਿੱਤਰਾਂ ਦੋਸਤਾਂ 'ਚੋਂ ਕੋਈ ਵੀ ਵਾਂਝਾ ਨਾ ਰਹਿ ਸਕੇ। ਇਸ ਲਹਿਰ ਨੂੰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਅੰਗ 259, 52 ਅੱਖਰੀ ਨਾਮ ਦੀ ਬਾਣੀ ਚੱਲ ਰਹੀ ਹੈ। 42ਵੀਂ ਪੌੜੀ ਦੇ ਨਾਲ ਜੋ ਅੰਕਿਤ ਸ਼ਲੋਕ ਹੈ, ਇੱਥੋਂ ਸ਼ੁਰੂਆਤ ਹੋ ਰਹੀ ਹੈ। ਆਓ ਕਰੀਏ ਦੀਦਾਰ। ਸ਼ਲੋਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ। ਮਤ ਸਾਡੀ ਸੋਚ, ਸਾਡੀ ਥਿੰਕਿੰਗ। ਅਗਰ ਸਾਡੀ ਸੋਚ ਦੇ ਵਿੱਚ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਜੋ ਗੁਰ ਸਰੂਪ ਹੈ, ਗੁਰ ਸਰੂਪ ਦੇ ਵੱਲੋਂ ਦਿੱਤੀ ਹੋਈ ਸਲਾਹ, ਉਪਦੇਸ਼, ਅਗਰ ਮਨ ਮੰਨਦਾ ਹੈ, ਉਸ ਨੂੰ ਮਨ ਤੋਂ ਹੁੰਦਾ ਸਲਾਹ। ਸਲਾਹ ਦੇਣ ਵਾਲੇ ਨੂੰ ਮੰਤਰੀ ਕਹਿੰਦੇ ਨੇ। ਸਲਾਹ ਉਹ ਹੁੰਦੀ ਹੈ ਜਿਹੜੀ ਮਨ ਦੇ ਅੰਦਰ, ਮਨ ਅੰਤਰ, ਮੂਲ ਮੰਤਰ। ਮੰਤਰ ਸ਼ਬਦ ਮਨ ਦੇ ਅੰਦਰ ਕੀ ਹੈ? ਮਾਈਂਡ ਡਾਇਰੈਕਸ਼ਨ ਹੈ, ਮਨ ਦੀ ਦਿਸ਼ਾ ਹੈ, ਮਨ ਦੀ ਖਿੱਚ ਹੈ, ਕਿੱਧਰ ਨੂੰ ਜਾ ਰਹੀ ਹੈ, ਮਨ ਦੀ ਦਿਸ਼ਾ ਕਿੱਧਰ ਨੂੰ ਜਾ ਰਹੀ ਹੈ। ਉਹ ਕ੍ਰੋਧ ਵਾਲੇ ਪਾਸੇ ਵੀ ਜਾ ਸਕਦੀ ਹੈ, ਮਨ ਦੀ ਦਿਸ਼ਾ ਸਹਿਨਸ਼ੀਲਤਾ ਵਾਲੇ ਪਾਸੇ ਵੀ ਜਾ ਸਕਦੀ ਹੈ। ਮਨ ਦਾ ਵੇਗ ਲੋਭ ਲਾਲਚ ਵੱਲ ਨੂੰ ਵੀ ਉਲਝ ਸਕਦਾ ਹੈ, ਤ੍ਰਿਸ਼ਨਾ ਵਾਲੇ ਪਾਸੇ, ਤੇ ਮਨ ਦਾ ਵੇਗ ਸਬਰ ਸੰਤੋਖ ਵਾਲੇ ਪਾਸੇ ਵੀ ਜਾ ਸਕਦਾ ਹੈ। ਮਨ ਦੇ ਅੰਦਰ ਸੈਲਫਿਸ਼ਨੈਸ ਵੀ ਆ ਸਕਦੀ ਹੈ, ਸਵਾਰਥ। ਮਨ ਅੰਦਰ ਪਰਉਪਕਾਰੀ ਸੋਚ ਵੀ ਆ ਸਕਦੀ ਹੈ। ਤਾਂ ਮਨ ਦੀ ਦਿਸ਼ਾ ਨੂੰ ਸਹੀ ਪਾਸੇ ਲਾਉਣ ਵਾਸਤੇ ਦਿੱਤੇ ਹੋਏ ਉਪਦੇਸ਼, ਉਹ ਗੁਰਪੂਰੇ ਦਾ ਮੰਤਰ ਹੈ। ਆਖੋ ਵਾਹਿਗੁਰੂ। ਅਗਰ ਮਨ ਨੇ ਮੰਨ ਲਿਆ, ਮੰਨਿਆ ਤਾਂ ਜੇ ਮਤ ਨੇ ਮਨ ਨੂੰ ਗੁਰੂ ਵਾਲੇ ਪਾਸੇ ਲਾ ਲਿਆ, ਨਹੀਂ ਤਾਂ ਮਨ ਮਤ ਨੂੰ ਪਿੱਛੇ ਲਾ ਲੈਂਦਾ ਹੈ। ਜਦੋਂ ਮਨ ਮਤ ਨੂੰ ਪਿੱਛੇ ਲਾ ਲੈਂਦਾ, ਉਹਨੂੰ ਮਨ ਮਤ ਕਹਿੰਦੇ ਨੇ। ਤੇ ਜਦੋਂ ਮਤ ਗੁਰੂ ਦੇ ਉਪਦੇਸ਼ਾਂ ਦੇ ਅਨੁਸਾਰ ਸੋਚਣ ਲੱਗਦੀ ਹੈ, ਗੁਰੂ ਦਾ ਨਜ਼ਰੀਆ, ਤਾਂ ਸਮਝ ਲਓ ਇਹ ਗੁਰਮਤ ਹੈ। ਇਸ ਨੇ ਮਨ ਨੂੰ ਮਨਾ ਲਿਆ ਤੇ ਮਨ ਗੁਰੂ ਦੇ ਗੁਰਸਰੂਪ ਦੇ ਉਪਦੇਸ਼ਾਂ ਨੂੰ ਮੰਨਦਾ। ਤੇ ਐਸੀ ਮਤ ਜਿਹੜੀ ਹੈ, ਮਤ ਪੂਰੀ ਪ੍ਰਧਾਨ। ਪ੍ਰਧਾਨ ਦੇ ਅਰਥ ਹੈ ਉਹ ਆਈਕੋਨ ਹੈ, ਉਹ ਮਤ ਦੂਸਰਿਆਂ ਨੂੰ ਪ੍ਰੇਰਦੀ ਹੈ। ਆਖੋ ਵਾਹਿਗੁਰੂ। ਦੂਸਰਿਆਂ ਨੂੰ ਚੰਗੇ ਪਾਸੇ ਜਾਣ ਵਾਸਤੇ ਪ੍ਰੇਰਣਾ ਦਿੰਦੀ ਹੈ, ਔਰ ਆਪ ਉਹ ਮਤ ਹਰ ਵੇਲੇ ਗੁਰੂ ਦੀ ਪ੍ਰੇਰਣਾ ਦੀ ਧਾਰਨੀ ਹੈ, ਗੁਰੂ ਦੇ ਮਾਰਗ ਤੇ ਤੁਰਦੀ ਹੈ। ਰੱਬ ਦੇ ਭੈ ਵਿੱਚ ਫੈਸਲੇ ਲੈਣੇ। ਜੇ ਜਾਣਿਓ ਪ੍ਰਭ ਆਪਣਾ,
ਨਾਨਕ ਤੇ ਭਗਵੰਤ, ਨਾਨਕ ਤੇ ਭਗਵੰਤ, ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਆਪਣਾ ਬਣਾ ਲਿਆ, ਆਪਣਾ ਸਮਝ ਲਿਆ, ਜਾਣਿਓ। ਮਹਿਸੂਸ ਹੋਇਆ ਮੇਰੇ ਸਭ ਤੋਂ ਵੱਡੇ ਮਦਦਗਾਰ ਵਾਹਿਗੁਰੂ ਜੀ ਨੇ, ਤੇ ਵਾਹਿਗੁਰੂ ਜੀ ਨੂੰ ਹਰ ਥਾਂ ਤੇ ਹਾਜ਼ਰ ਨਾਜ਼ਰ ਮਹਿਸੂਸ ਕੀਤਾ, ਦੀਦਾਰ ਕੀਤੇ। ਹਰ ਵਰਤਾਰੇ ਵਿੱਚ ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ, ਹਰ ਇੱਕ ਦੇ ਵਿੱਚ ਗੁਣ ਬਣ ਕੇ, ਨਿਜ਼ਮ ਬਣ ਕੇ ਦਰਸ਼ਨ ਦੇ ਰਹੇ ਨੇ। ਜਿਨ੍ਹਾਂ ਨੇ, ਜਿਹੜੀ ਮੱਤ ਨੇ, ਜਿਸ ਮਨ ਨੇ ਵਾਹਿਗੁਰੂ ਜੀ ਨੂੰ ਆਪਣਾ ਸਮਝ ਕੇ ਗੂੜੀ ਪ੍ਰੀਤ ਪਾ ਲਈ, ਉਹ ਭਾਗਾਂ ਵਾਲੇ ਨੇ, ਭਗਵੰਤ। ਉਹਨਾਂ ਦੇ ਕੋਲ ਅਸਲੀ ਅਮੀਰੀ ਹੈ, ਕਿਉਂਕਿ ਅੰਦਰ ਬਖਸ਼ਿਸ਼ ਹੈ। ਆਖੋ ਵਾਹਿਗੁਰੂ। ਪੌੜੀ ਇਹ 52 ਅੱਖਰੀ ਦੀ 12ਵੀਂ ਪੌੜੀ। ਮੰਮਾ ਜਾਹੂ ਮਰਨ ਪਛਾਨਾ, 52 ਅੱਖਰੀ, ਇੱਕ ਇੱਕ ਅੱਖਰ ਦੇ ਨਾਲ ਉਪਦੇਸ਼ ਦਿੱਤੇ ਹੋਏ ਨੇ। ਇਸ ਵਿੱਚ ਮੰਮਾ ਅੱਖਰ, ਮੰਮੇ ਅੱਖਰ ਤੋਂ ਉਪਦੇਸ਼ ਦੇ ਰਹੇ ਨੇ। ਜਾਹੂ ਮਰਮ ਪਛਾਨਾ, ਜਿਨ੍ਹਾਂ ਨੇ ਭੇਦ ਜਾਣ ਲਿਆ। ਹੁਣ ਦੇਖੋ, ਵਰਤਾਰੇ ਤਾਂ ਆਪਾਂ ਸਾਰੇ ਦੇਖਦੇ ਹਾਂ, ਹੈਪਨਿੰਗਸ ਵਾਪਰ ਰਹੀਆਂ ਨੇ, ਪੜ੍ਹਦੇ ਹਾਂ, ਸੁਣਦੇ ਹਾਂ, ਅੱਖਾਂ ਨਾਲ ਦੇਖਦੇ ਹਾਂ ਘਟਨਾਵਾਂ ਨੂੰ। ਜਿਨ੍ਹਾਂ ਨੇ ਇਸ ਭੇਦ ਨੂੰ ਜਾਣ ਲਿਆ ਕਿ ਸਭ ਕੁਝ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਹੋ ਰਿਹਾ ਹੈ, ਉਹਨਾਂ ਨੇ ਹਰ ਘਟਨਾ ਦੇ ਵਿੱਚੋਂ ਉਪਦੇਸ਼ ਰੂਪੀ ਸੱਚੇ ਗਿਆਨ ਰੂਪੀ ਰੱਬ ਨੂੰ ਦੀਦਾਰ ਕਰ ਲਿਆ। ਆਖੋ, ਉਹਨਾਂ ਨੇ ਭੇਦ ਪਛਾਣ ਲਿਆ। ਇਹ ਤਾਂ ਪਤਾ ਤਾਂ ਹਰ ਇੱਕ ਨੂੰ ਹੈ ਕਿ ਹਰ ਇੱਕ ਦੇ ਵਿੱਚ ਗੁਣ ਹੈ, ਪਰ ਜ਼ਿਆਦਾ ਜੋ ਬਿਰਤੀ ਹੈ ਉਹ ਔਗਣਾਂ ਦੀ ਡਿਸਕਸ਼ਨ ਕਰਨ ਦੀ ਹੈ, ਜਿਹਨੂੰ ਨਿੰਦਾ ਕਹਿੰਦੇ ਆ। ਕਿਉਂਕਿ ਘਰ ਦੇ ਵਿੱਚੋਂ, ਸਮਾਜ ਦੇ ਵਿੱਚੋਂ ਕਲਚਰ ਹੀ ਇਸ ਤਰ੍ਹਾਂ ਦਾ ਮਿਲਿਆ, ਉਸ ਮਾਹੌਲ ਵਿੱਚ ਮਨੁੱਖ ਗਰੋ ਅਪ ਹੋਇਆ ਤੇ ਆਦਤ ਬਣ ਗਈ। ਬੜਾ ਰਸ ਆਉਂਦਾ, ਬੜਾ ਸਵਾਦ ਆਉਂਦਾ ਨੈਗੇਟਿਵ ਗੱਲਾਂ ਕਰਕੇ, ਨੈਗੇਟਿਵ ਫੋਕਸ ਕਰਕੇ। ਪਰ ਜਿਨ੍ਹਾਂ ਨੇ ਭੇਦ ਪਹਿਚਾਣ ਲਿਆ, ਉਹਨਾਂ ਗੁਣਾਂ ਨੂੰ ਫੋਕਸ ਕੀਤਾ, ਗੁਣਾਂ ਦੀਆਂ ਵਿਚਾਰਾਂ ਕੀਤੀਆਂ। ਹੁਣ ਉਹ ਭੇਦ ਕਿਵੇਂ ਪਹਿਚਾਣਿਆ, ਉਹ ਭਾਗਾਂ ਵਾਲੇ ਕਿਵੇਂ ਬਣੇ, ਉਹਨਾਂ ਵਾਹਿਗੁਰੂ ਜੀ ਦੇ ਨਾਲ ਗੂੜੀ ਸਾਂਝ ਕਿਵੇਂ ਪਾਈ, ਉਹ ਮੱਤ ਪ੍ਰਧਾਨ ਕਿਵੇਂ ਬਣੀ ਹੋਰਨਾਂ ਨੂੰ ਪ੍ਰੇਰਿਤ ਕਰਨ ਵਾਲੀ, ਤੇ ਪੂਰੇ ਗੁਰੂ ਦੇ ਉਪਦੇਸ਼ ਨੂੰ ਮਨ ਮੰਨਣ ਕਿਵੇਂ ਤੁਰਿਆ। ਭੇਟਤ ਸਾਧ ਸੰਗ ਪਤਿਆਨਾ, ਗੁਰੂ ਦਾ ਸੰਗ ਕਰਕੇ, ਗੁਰੂ ਦੇ ਉਪਦੇਸ਼ਾਂ ਦੇ ਨਾਲ, ਗੁਰ ਸਰੂਪ ਦੇ ਨਾਲ ਮਿਲਾਪ ਹੋ ਗਿਆ। ਆਖੋ ਵਾਹਿਗੁਰੂ। ਉਹ ਜੋ ਗੁਰੂ ਸਾਹਿਬ ਦੀ ਆਵਾਜ਼ ਹੈ, ਉਹ ਵਾਹਿਗੁਰੂ ਜੀ ਦੀ ਆਵਾਜ਼ ਹੈ। ਬੜੀ ਪਿਆਰੀ ਲੱਗਣ ਲੱਗ ਪਈ, ਸਤਿਗੁਰ ਸਰੂਪ ਦੇ ਨਾਲ ਮਿਲਾਪ ਹੋ ਗਿਆ। ਭੇਟਤ, ਭੇਟਤ ਹੁੰਦਾ ਮਿਲਣਾ। ਪਤਿਆਨਾ, ਮਨ ਪਤੀਜ ਗਿਆ, ਮਨ ਭਿੱਜ ਗਿਆ, ਮਨ ਨੂੰ ਬੜਾ ਰਸ ਆਉਣ ਲੱਗ ਪਿਆ। ਦੁੱਖ ਸੁੱਖ ਉਹਾਂ ਕੈ ਸਮਤ ਵਿਚਾਰਾ, ਦੁੱਖ ਸੁੱਖ ਉਹਾਂ ਕੈ ਸਮਤ ਵਿਚਾਰਾ। ਦੁੱਖ ਵੀ ਆਉਂਦੇ ਨੇ, ਸੁੱਖ ਵੀ ਆਉਂਦੇ ਨੇ। ਤੇ ਜਦੋਂ ਅਸਲੀ ਜ਼ਿੰਦਗੀ ਦਾ ਭੇਦ ਲੱਗ ਗਿਆ ਤੇ ਦੋਨੋਂ ਇੱਕੋ ਜਿਹੇ ਲੱਗਦੇ ਨੇ। ਦੁੱਖ ਵੀ ਰੱਬ ਦੇ ਨਿਜ਼ਮ ਵਿੱਚ ਵਾਪਰੇ ਹੋਏ ਵਰਤਾਰੇ ਨੇ, ਸੁੱਖ ਵੀ ਉਹਦੇ ਨਿਜ਼ਮ ਵਿੱਚ ਵਾਪਰੇ ਵਰਤਾਰੇ ਨੇ। ਸੁੱਖ ਸ਼ੁਕਰਾਨੇ ਦੀ ਭਾਵਨਾ ਨੂੰ ਗਹਿਰਾ ਕਰ ਜਾਂਦੇ ਨੇ, ਤੇ ਦੁੱਖ ਰਜ਼ਾ, ਸਿਦਕ, ਵਿਸ਼ਵਾਸ, ਅਡੋਲਤਾ ਦੇ ਗੁਣਾਂ ਨੂੰ ਗਹਿਰਾ ਕਰ ਜਾਂਦੇ ਨੇ। ਆਖੋ ਵਾਹਿਗੁਰੂ। ਜਿਨ੍ਹਾਂ ਨੇ ਸਿੱਖਿਆ, ਭੇਦ ਸਮਝ ਆ ਗਿਆ ਕਿ ਮੈਂ ਸਿੱਖ ਹਾਂ, ਸਿੱਖਦੇ ਰਹਿਣਾ, ਸਾਰੀ ਜ਼ਿੰਦਗੀ ਸਿੱਖਣਾ, ਉਹ ਦੁੱਖਾਂ ਵਿੱਚੋਂ ਵੀ ਸਿੱਖ ਜਾਏਗਾ, ਸੁੱਖਾਂ ਵਿੱਚੋਂ ਵੀ ਸਿੱਖ ਜਾਏਗਾ। ਦੂਸਰੀ ਬਾਤ ਜੋ ਅਗਲੀ ਪੰਕਤੀ ਨਾਲ ਸੰਬੰਧਿਤ ਆ ਰਹੀ ਹੈ, ਬੰਦਾ ਜਦੋਂ ਸੁੱਖਾਂ ਨੂੰ, ਖੁਸ਼ੀਆਂ ਨੂੰ ਹੀ ਸਾਰਾ ਕੁਝ ਸਮਝੀ ਜਾਂਦਾ ਹੈ ਤੇ ਕਹਿੰਦਾ ਆਹਾ ਇਹ ਤਾਂ ਸਵਰਗ ਹੈ, ਉਹਦੇ 'ਚ ਉਲਝ ਜਾਂਦਾ ਹੈ। ਤੇ ਦੁੱਖਾਂ ਤੋਂ ਇਤਨਾ ਘਬਰਾ ਜਾਂਦਾ, ਇਤਨਾ ਘਬਰਾ ਜਾਂਦਾ ਹੈ ਕਿ ਉਹਨੂੰ ਆਪਣੇ ਮਨ ਤੇ ਬਹੁਤਾ ਹੀ ਲਾ ਲੈਂਦਾ ਹੈ, ਤੇ ਦੁੱਖਾਂ ਵਿੱਚ ਉਲਝ ਕੇ ਅਸਲੀ ਮਾਰਗ ਨੂੰ ਛੱਡ ਦਿੰਦਾ ਹੈ, ਪਰਉਪਕਾਰ ਦੇ ਮਾਰਗ ਨੂੰ ਛੱਡ ਦਿੰਦਾ ਹੈ, ਗੁਰੂ ਦੇ ਮਾਰਗ ਨੂੰ ਛੱਡ ਦਿੰਦਾ ਹੈ। ਜਿਹੜਾ ਸੁੱਖਾਂ ਨੂੰ ਸਵਰਗ ਸਮਝ ਗਿਆ, ਉਹ ਸੁੱਖਾਂ ਵਿੱਚ ਉਲਝ ਕੇ ਛੱਡ ਦਿੰਦਾ ਹੈ। ਜਿਹੜਾ ਦੁੱਖਾਂ ਨੂੰ ਬਹੁਤ ਵੱਡੀ ਮੁਸੀਬਤ ਸਮਝ ਗਿਆ, ਉਹ ਦੁੱਖਾਂ ਵਿੱਚ ਮਾਰਗ ਨੂੰ ਛੱਡ ਜਾਂਦਾ ਹੈ। ਤੇ ਜਿਹੜੇ ਬਰਾਬਰ ਸਮਝਦੇ ਨੇ ਨਾ, ਉਹ ਦੁੱਖਾਂ ਦੇ ਵਿੱਚ ਤੇ ਸੁੱਖਾਂ ਦੇ ਵਿੱਚ ਇਤਨੇ ਨਹੀਂ ਉਲਝਦੇ ਕਿ ਗੁਰੂ ਦਾ ਮਾਰਗ ਹੀ ਛੱਡ ਜਾਣ। ਆਖੋ ਵਾਹਿਗੁਰੂ। ਨਰਕ ਸੁਰਗ
ਰਹਿਤ ਅਵਤਾਰਾ। ਕਹਿੰਦੇ ਨੇ ਠੀਕ ਹੈ, ਸੁੱਖ ਆਉਂਦੇ ਨੇ, ਸ਼ੁਕਰਾਨਾ ਸਿਖਾ ਜਾਂਦੇ ਨੇ, ਪਰ ਸੁੱਖ ਹੀ ਸਭ ਕੁਝ ਨਹੀਂ ਹੈ। ਸਭ ਤੋਂ ਉੱਤਮ ਹੈ ਆਤਮਿਕ ਸੁੱਖ, ਅੰਦਰਲੀ ਸੰਤੁਸ਼ਟੀ, ਵਾਹਿਗੁਰੂ ਜੀ ਦੇ ਨਾਲ, ਗੁਰੂ ਸਾਹਿਬ ਨਾਲ ਇਕਮਿਕ ਹੋ ਕੇ। ਉਹ ਕਹਿੰਦੇ ਨੇ ਦੁੱਖ ਆਉਂਦੇ ਨੇ ਠੀਕ ਹੈ, ਇਹਦਾ ਮਤਲਬ ਇਹ ਨਹੀਂ ਦੁੱਖਾਂ ਦੇ ਵਿੱਚ ਗੁਰੂ ਦਾ ਮਾਰਗ ਹੀ ਛੱਡ ਜਾਈਏ। ਦੁੱਖ ਆਉਂਦੇ ਨੇ, ਚਲੇ ਜਾਣਗੇ। ਉਤਰਾਅ ਚੜ੍ਹਾਅ ਨੇ ਜ਼ਿੰਦਗੀ ਦੇ। ਦੁੱਖਾਂ 'ਚ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ, ਸਿਦਕ ਬਣਦਾ ਹੈ, ਵਿਸ਼ਵਾਸ ਪਰਿਪੱਕ ਹੁੰਦਾ ਹੈ, ਭਰੋਸਾ ਵੱਧਦਾ ਹੈ ਗੁਰੂ ਤੇ। ਇਹ ਨਹੀਂ ਹੈ ਕਿ ਦੁੱਖ ਆਏ ਨੇ, ਉਹਨੂੰ ਨਰਕ ਸਮਝ ਕੇ ਅਸਲੀ ਮਾਰਗ ਛੱਡ ਦਿਓ। ਤੁਸੀਂ ਕਦੀ ਰਿਸਰਚ ਕਰਕੇ ਦੇਖਣੀ ਸਮਾਜ ਦੀ। ਸਿੱਖ ਪਰਿਵਾਰਾਂ ਵਿੱਚ ਪੈਦਾ ਹੋਣ ਵਾਲੇ ਸਿੱਖੀ ਕਿਵੇਂ ਛੱਡਦੇ ਨੇ, ਗੁਰਬਾਣੀ ਤੋਂ ਦੂਰ ਕਿਵੇਂ ਹੋ ਜਾਂਦੇ ਨੇ, ਉਹ ਗੁਰਮਤਿ ਤੋਂ ਦੂਰ ਕਿਵੇਂ ਹੁੰਦੇ ਨੇ। ਤੁਸੀਂ ਦੇਖੋਗੇ ਜਾਂ ਤੇ ਸੁੱਖਾਂ ਦੇ ਵਿੱਚ ਉਲਝ ਕੇ ਜਾਂ ਦੁੱਖਾਂ ਤੋਂ ਘਬਰਾ ਕੇ। ਤੇ ਜਿਨ੍ਹਾਂ ਨੂੰ ਭੇਦ ਆ ਗਿਆ ਦੁੱਖ ਨਰਕ ਸੁਰਗ ਰਹਿਤ ਅਵਤਾਰਾ, ਉਹ ਕਹਿੰਦੇ ਨੇ ਇਹ ਤਾਂ ਕੁਝ ਵੀ ਨਹੀਂ। ਦੁੱਖਾਂ ਦੇ ਵਿੱਚੋਂ ਵੀ ਅਵਤਾਰਾ, ਉਹ ਆਤਮਿਕ ਆਨੰਦ ਵਿੱਚ ਗੁਰੂ ਦੇ ਮਾਰਗ ਵਿੱਚ ਉਤਰੇ ਰਹਿੰਦੇ ਨੇ। ਆਖੋ ਵਾਹਿਗੁਰੂ। ਉਹ ਸੁੱਖਾਂ ਵਿੱਚ ਵੀ ਇੱਧਰ ਹੀ ਉਤਰਦੇ ਰਹਿੰਦੇ ਨੇ। ਉਹ ਦੁੱਖਾਂ ਵਿੱਚ ਘਬਰਾ ਕੇ ਮਾਰਗ ਛੱਡ ਦੇਣਾ, ਸੁੱਖਾਂ ਦੇ ਵਿੱਚ ਉਲਝ ਕੇ ਮਾਰਗ ਛੱਡ ਦੇਣਾ, ਇਸ ਤਰ੍ਹਾਂ ਨਹੀਂ ਉਤਰਦੇ। ਆਖੋ ਵਾਹਿਗੁਰੂ। ਉਹਨਾਂ ਦੀ ਜ਼ਿੰਦਗੀ 'ਚ ਇਹ ਚੀਜ਼ ਨਹੀਂ ਹੁੰਦੀ। ਤਾਹੂ ਸੰਗ ਤਾਹੂ ਨਿਰਲੇਪਾ, ਉਹਨਾਂ ਨੂੰ ਸਮਝ ਆਉਂਦੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਦੇ ਅੰਗ ਸੰਗ ਨੇ। ਸੱਚਾ ਗਿਆਨ ਬਣ ਕੇ ਹਰ ਥਾਂ ਤੇ ਨੇ, ਗੁਣ ਬਣ ਕੇ ਹਰ ਥਾਂ ਤੇ ਹੈ, ਨਿਜ਼ਮ ਬਣ ਕੇ, ਸ਼ਕਤੀਆਂ ਬਣ ਕੇ ਹਰ ਥਾਂ ਤੇ ਨੇ। ਸਭ ਦੇ ਅੰਦਰ ਹੈ ਤੇ ਨਿਰਲੇਪ ਵੀ ਨੇ। ਆਖੋ ਵਾਹਿਗੁਰੂ। ਸਾਡਾ ਮਨ ਮੈਲਾ ਹੋ ਜਾਂਦਾ ਹੈ, ਸਾਡੀ ਸੋਚ ਮੈਲੀ ਹੋ ਜਾਂਦੀ ਹੈ, ਸਾਡੀਆਂ ਆਦਤਾਂ ਮੈਲੀਆਂ ਹੋ ਜਾਂਦੀਆਂ, ਸੁਭਾਅ ਮੈਲਾ ਹੋ ਜਾਂਦਾ ਹੈ। ਰੱਬ ਦੀ ਜੋਤ ਅੰਦਰ ਹੈ, ਨਾ ਤਾਂ ਉਹ ਜੋਤ ਮੈਲੀ ਹੋਵੇ, ਨਿਰਲੇਪ ਹੈ। ਅੰਦਰ ਸੱਚਾ ਗਿਆਨ ਬੈਠਾ ਹੈ, ਜ਼ਮੀਰ ਦੀ ਆਵਾਜ਼, ਨਾ ਉਹ ਮੈਲੀ ਹੋਵੇ। ਅੰਦਰ ਗੁਣ ਪਏ ਨੇ, ਨਾ ਗੁਣ ਮੈਲੇ ਹੋਣ, ਨਾ ਨਿਜ਼ਮ ਮੈਲਾ ਹੋਵੇ। ਆਖੋ ਵਾਹਿਗੁਰੂ। ਫਿਰ ਸਮਝ ਪਈ ਪੂਰਨ ਘਟ ਘਟ ਪੁਰਖ ਵਸੇਖਾ, ਪੁਰਖ ਜਿਹਦੀ ਹਰ ਥਾਂ ਤੇ ਐਗਜ਼ਿਸਟੈਂਸ ਹੈ, ਹਰ ਥਾਂ ਤੇ ਉਹਦੀ ਹੋਂਦ ਹੈ, ਪਰ ਪਰਿਪੂਰਨ ਹੈ। ਉਹ ਹਰ ਇੱਕ ਦੇ ਅੰਦਰ ਵਿਸ਼ੇਸ਼ ਤੌਰ ਤੇ ਜੋਤ ਬਣ ਕੇ ਸਮਾਏ ਹੋਏ ਨੇ। ਉਹ ਆ ਰਸ ਮੈਂ ਵਾਹੂ ਸੁਖ ਪਾਇਆ। ਜਿਹੜੀ ਮੱਤ ਦੀ ਗੱਲ ਕੀਤੀ ਜਾ ਰਹੀ ਹੈ, ਪ੍ਰਧਾਨ ਮੱਤ, ਪੂਰੀ ਮੱਤ, ਉਹ ਮਨ ਜਿਹੜਾ ਗੁਰੂ ਦੇ ਉਪਦੇਸ਼ਾਂ ਨੂੰ ਮੰਨਦਾ ਹੈ, ਉਹ ਜੀਵਨ ਜਿਹਨੇ ਭੇਦ ਪਛਾਣ ਲਿਆ, ਉਸ ਬਾਰੇ ਜ਼ਿਕਰ ਕਰ ਰਹੇ ਨੇ। ਉਹ ਆ ਰਸ ਮੈਂ ਵਾਹੂ ਸੁਖ ਪਾਇਆ। ਉਹਨਾਂ ਨੂੰ ਇਸੇ ਗੁਰੂ ਦੇ ਰਸ ਵਿੱਚ ਹੀ ਆਤਮਿਕ ਸੁੱਖ ਮਹਿਸੂਸ ਹੁੰਦਾ ਹੈ। ਉਹਨਾਂ ਨੂੰ ਪਤਾ ਹੈ ਇਸ ਮਾਰਗ ਦੇ ਰਸ ਤੋਂ ਬਿਨਾਂ ਹੋਰ ਕਿਤੇ ਵੀ ਆਤਮਿਕ ਸੁੱਖ ਨਹੀਂ, ਅੰਦਰਲੀ ਪੱਕੀ ਸੰਤੁਸ਼ਟੀ ਨਹੀਂ ਹੋ ਸਕਦੀ। ਆਖੋ ਵਾਹਿਗੁਰੂ। ਨਾਨਕ ਲਿਪਤ ਨਹੀਂ ਤਿਹ ਮਾਇਆ। ਇਹ ਨਾਨਕ ਜੀ, ਉਹ ਦੁਨਿਆਵੀ ਪ੍ਰਾਪਤੀਆਂ ਦੀ ਤ੍ਰਿਸ਼ਨਾ, ਲੋਭ ਲਾਲਚ ਦੀ ਮਾਇਆ ਵਿੱਚ ਉਲਝਦੇ ਨਹੀਂ। ਆਖੋ ਵਾਹਿਗੁਰੂ। ਲਿਪਤ ਨਹੀਂ ਹੁੰਦੇ, ਉਹ ਜ਼ਿੰਦਗੀ ਦਾ ਬੈਲੈਂਸ ਬਣਾ ਕੇ ਰੱਖਦੇ ਨੇ। ਦੁਨਿਆਵੀ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਨੇ, ਗੁਰੂ ਦੀ ਕੌਮ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਨੇ। ਸ਼ਲੋਕ ਯਾਰ ਮੀਤ ਸੁਨ ਸਾਜਨ, ਬਿਨ ਹਰ ਛੂਟਣ ਨਾਏ। ਇਹ ਮੇਰੇ ਮਿੱਤਰੋ, ਸੱਜਣੋ, ਇਹ ਮੇਰੇ ਗੂੜੇ ਯਾਰ ਦੇ ਅਰਥ ਗੂੜੀ ਪ੍ਰੀਤ ਵਾਲੇ ਗੁਰਸਿੱਖ ਪਿਆਰਿਓ, ਸੁਣੋ। ਵਾਹਿਗੁਰੂ ਜੀ ਨੂੰ ਸਮਰਪਿਤ ਹੋਣ ਤੋਂ ਬਿਨਾਂ, ਰੱਬੀ ਗਿਆਨ ਨੂੰ ਸੋਚ ਸੁਭਾਅ ਤੇ ਲਾਗੂ ਕਰਨ ਤੋਂ ਬਿਨਾਂ, ਇਹ ਮਨ ਦੀਆਂ ਤੇ ਮਤ ਦੀਆਂ ਆਦਤਾਂ ਤੋਂ ਖਹਿੜਾ ਨਹੀਂ ਛੁੱਟਣਾ। ਆਖੋ ਵਾਹਿਗੁਰੂ। ਇਹ ਮਨੁਆਤ ਸਬਲ ਹੈ, ਸਾਡੇ ਨਾ ਕਿਤੇ ਉਪਾਏ ਬੜਾ ਸ਼ਕਤੀਸ਼ਾਲੀ ਹੈ। ਨਿੰਦਾ ਵਿੱਚ ਖਿੱਚ ਕੇ ਲੈ ਜਾਂਦਾ ਹੈ, ਨਫ਼ਰਤ ਵਿੱਚ ਖਿੱਚ ਕੇ ਲੈ ਜਾਂਦਾ ਹੈ, ਹੰਕਾਰ ਵਿੱਚ ਖਿੱਚ ਕੇ ਲੈ ਜਾਂਦਾ ਹੈ। ਹੰਕਾਰ ਵਿੱਚ ਲੱਗਦਾ ਕਿ ਮੈਂ ਹੀ ਸਿਆਣਾ ਹੈ, ਹੋਰ ਤਾਂ ਕਿਸੇ ਨੂੰ ਪਤਾ ਹੀ ਕੁਛ ਨਹੀਂ। ਜਿੱਦਾਂ ਮੈਂ ਕਰ ਰਿਹਾ ਉਹੀ ਠੀਕ ਹੈ, ਜਿਹੜੇ ਮੇਰੇ ਸੁਭਾਅ ਦੇ, ਮੇਰੀ ਸੋਚ ਦੇ ਉਲਟ ਕਰ ਰਹੇ ਨੇ, ਉਹਨਾਂ ਨੂੰ ਤਾਂ ਪਤਾ ਹੀ ਕੁਛ ਨਹੀਂ। ਇਹ ਮਨ ਖਿੱਚ ਕੇ ਲੈ ਜਾਂਦਾ ਹੈ। ਉਨਾ ਚਿਰ ਇਹਦਾ ਖਹਿੜਾ ਨਹੀਂ ਛੁੱਟੇਗਾ ਜਿੰਨਾ ਚਿਰ ਰੱਬੀ ਗਿਆਨ ਨੂੰ, ਗੁਰੂ ਦੇ ਉਪਦੇਸ਼ਾਂ ਨੂੰ ਸੁਭਾਅ ਤੇ ਸੋਚ ਤੇ ਲਾਗੂ ਨਹੀਂ ਕਰਦਾ। ਆਖੋ ਵਾਹਿਗੁਰੂ। ਤੇ ਲਾਗੂ ਉਹਨਾਂ ਚਿਰ ਕਰ ਨਹੀਂ ਸਕਦਾ ਜਿੰਨਾ ਚਿਰ ਪੜਚੋਲਦਾ ਨਹੀਂ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹਰ ਵੇਲੇ
ਆਪਣੇ ਅੰਦਰ ਸੁਭਾਉ ਦੀ ਖੋਜ ਕਰਿਆ ਕਰ। ਆਪਣੀ ਸੋਚ ਨੂੰ ਪੜਚੋਲਿਆ ਕਰ। ਉਸ ਤੋਂ ਬਿਨਾਂ ਆਦਤਾਂ ਤੋਂ ਖਹਿੜਾ ਨਹੀਂ ਛੁੱਟੇਗਾ। ਨਾਨਕ ਇਹ ਬੰਧਨ ਕਟੇ ਗੁਰ ਕੀ ਚਰਣੀ ਪਾਹੇ। ਜਿਹੜੇ ਗੁਰੂ ਕੀ ਚਰਣੀ, ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼, ਚਰਣੀ ਪੈਣ ਦੇ ਅਰਥ ਹੈ ਉਪਦੇਸ਼ ਨੂੰ ਮੰਨਦੇ ਨੇ, ਸੋਚ ਸੁਭਾਅ 'ਤੇ ਲਾਗੂ ਕਰਦੇ ਨੇ, ਉਹਨਾਂ ਦੇ ਫਿਰ ਇਹ ਆਦਤਾਂ ਦੇ ਬੰਧਨ ਕੱਟੇ ਜਾਂਦੇ ਨੇ। ਆਖੋ ਵਾਹਿਗੁਰੂ। ਪਵੜੀ ਯਈਆ ਯਤਨ ਕਰਹੁ ਬਹੁ, ਵਾਹਿਗੁਰੂ। ਯਈਆ ਯਤਨ ਕਰਤ ਬਹੁ ਵਿਧੀਆ। ਯਈਆ ਅੱਖਰ ਤੋਂ ਸਿਖਾ ਰਹੇ ਨੇ ਮਨੁੱਖ ਧਰਮ ਦੇ ਦੱਸੇ ਹੋਏ ਅਣਗਿਣਤ ਕਿਸਮ ਦੇ ਕਰਮ ਕਰਦਾ ਹੈ, ਬੜੇ ਤਰੀਕਿਆਂ ਨਾਲ ਵਿਧੀ ਹੈ, ਬੜੀਆਂ ਵਿਧੀਆਂ ਦੇ ਨਾਲ, ਬੜੇ ਤਰੀਕਿਆਂ ਦੇ ਨਾਲ ਧਰਮ ਦੇ ਕਰਮ ਕਰਦਾ ਹੈ। ਏਕ ਨਾਮ ਬਿਨ ਕਉ ਕਹਿ ਲਓ ਸਿਧੀਆ। ਜਿੰਨਾ ਚਿਰ ਗਿਆਨ ਰੂਪੀ ਨਾਮ ਗੁਰੂ ਦੇ ਉਪਦੇਸ਼ ਰਾਹੀਂ ਸੁਭਾਅ ਨੂੰ ਨਹੀਂ ਬਦਲਦਾ, ਇਹ ਆਦਤਾਂ ਵਿੱਚ ਫਸਿਆ ਰਹੇਗਾ। ਆਖੋ ਵਾਹਿਗੁਰੂ। ਜਦੋਂ ਸਤਿਗੁਰੂ ਜੀ ਜੋਗੀਆਂ ਕੋਲ ਜਾਂਦੇ ਨੇ ਨਾ, ਉਹਨਾਂ ਦੀ ਸਮਾਧੀ ਪਰਪੱਕ ਹੈ। ਸਤਿਗੁਰੂ ਐਕਸੈਪਟ ਕਰਦੇ ਨੇ, ਮੈਂ ਮੰਨਦਾ ਤੁਹਾਡੀ ਸਮਾਧੀ ਪਰਪੱਕ ਹੈ, ਤੁਹਾਡਾ ਤਿਆਗ ਪਰਪੱਕ ਹੈ, ਤੁਸੀਂ ਘਰ-ਬਾਰ ਛੱਡ ਦਿੱਤਾ, ਸਭ ਕੁਝ ਠੀਕ ਹੈ, ਮੈਂ ਮੰਨਦਾ। ਤੁਸੀਂ ਦੁਨਿਆਵੀ ਤ੍ਰਿਸ਼ਨਾ, ਲੋਭ, ਲਾਲਚ ਵਿੱਚ ਤੋਂ ਉੱਪਰ ਉੱਠੇ, ਮੈਂ ਮੰਨਦਾ, ਪਰ ਅੰਦਰੋਂ ਨਫ਼ਰਤ ਦੀਆਂ ਆਦਤਾਂ, ਦੂਸਰੇ ਨੂੰ ਨੀਵਾਂ ਸਮਝਣ ਦੀਆਂ ਆਦਤਾਂ, ਹੰਕਾਰ ਦੀਆਂ ਆਦਤਾਂ, ਇਹਦੇ ਤੋਂ ਹਾਲੇ ਤੁਹਾਡੇ ਬੰਧਨ ਨਹੀਂ ਕੱਟੇ ਗਏ। ਆਖੋ ਵਾਹਿਗੁਰੂ। ਗੁਰਮਤਿ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ, ਸੁਭਾਅ ਤੇ ਸੋਚ ਨੂੰ ਸੰਵਾਰਿਆ ਹੈ। ਜੇ ਸੋਚ ਤੇ ਸੁਭਾਅ ਸੰਵਰ ਜਾਈਏ ਨਾ, ਸ਼ਿੰਗਾਰੀ ਗਈ ਸੋਚ, ਸੁਭਾਅ ਸ਼ਿੰਗਾਰਿਆ ਗਿਆ, ਤਾਂ ਘਰ ਦਾ ਮਾਹੌਲ ਸ਼ਿੰਗਾਰਿਆ ਜਾਏਗਾ। ਆਖੋ ਵਾਹਿਗੁਰੂ। ਫਿਰ ਆਪਸੀ ਵਰਤੋਂ ਵਿਵਹਾਰ ਸੰਵਾਰਿਆ ਜਾਏਗਾ। ਹਾਲੇ ਤੱਕ ਘਰਾਂ ਦਾ ਮਾਹੌਲ ਤੇ ਆਪਸੀ ਵਰਤੋਂ ਵਿਵਹਾਰ, ਇਹਦੇ ਲਈ ਬਹੁਤ ਕੁਝ ਕਰਨ ਵਾਲਾ ਪਿਆ। ਆਖੋ ਵਾਹਿਗੁਰੂ। ਬਹੁਤ ਕੁਝ ਕਰਨ ਵਾਲਾ ਪਿਆ, ਹਰ ਇੱਕ ਨੂੰ ਪਤਾ ਹੈ। ਸਾਡੇ ਘਰਾਂ ਦਾ ਮਾਹੌਲ, ਰਿਸ਼ਤਿਆਂ ਦਾ ਮਾਹੌਲ, ਸ਼ਰੀਕੇ ਦਾ ਆਪਸ ਵਿੱਚ ਵਰਤੋਂ ਵਿਵਹਾਰ, ਇੱਕ ਸਿੱਖ ਦਾ ਦੂਸਰੇ ਸਿੱਖ ਨਾਲ ਵਰਤੋਂ ਵਿਵਹਾਰ, ਇੱਕ ਸਿੱਖ ਜਥੇਬੰਦੀ ਦਾ ਦੂਸਰੀ ਜਥੇਬੰਦੀ ਨਾਲ ਵਰਤੋਂ ਵਿਵਹਾਰ, ਸਾਨੂੰ ਸਭ ਨੂੰ ਪਤਾ ਹੈ। ਬਹੁਤ ਕੁਝ ਬਦਲਣ ਵਾਲਾ ਪਿਆ। ਬੜੇ ਅਸੀਂ ਧਰਮ ਦੇ ਕਰਮ ਕਰਦੇ ਹਾਂ, ਯਈਆ ਯਤਨ ਕਰਤ ਬਹੁ ਵਿਧੀਆ, ਹਰ ਤਰ੍ਹਾਂ ਦੇ ਧਰਮ ਦੇ ਕਰਮ ਕਰਦੇ ਹਾਂ, ਪਰ ਏਕ ਨਾਮ, ਇੱਥੇ ਨਾਮ ਉਪਦੇਸ਼ ਹੈ, ਗਿਆਨ ਰੂਪੀ ਨਾਮ ਹੈ। ਗਿਆਨ ਰੂਪੀ ਨਾਮ ਨੇ ਨਫ਼ਰਤ ਦੀਆਂ, ਨਿੰਦਾ ਦੀਆਂ, ਹੰਕਾਰ ਦੀਆਂ ਆਦਤਾਂ ਨੂੰ ਬਦਲਣਾ ਹੈ। ਪਰ ਉਦੋਂ ਜਦੋਂ ਇਹ ਮੰਨੇਗਾ, ਇਸ ਲਈ ਉੱਪਰ ਪੰਕਤੀ ਸੀ, ਗੁਰ ਪੂਰੇ ਮਨ ਮੰਤ, ਜਦੋਂ ਮਨ ਗੁਰੂ ਦੇ ਉਪਦੇਸ਼ ਨੂੰ ਮੰਨੇਗਾ। ਸਤਿਗੁਰਾਂ ਨੇ ਇਹ ਗੱਲ ਕਹਿ ਦਿੱਤੀ ਸੀ, ਜੋਗੀ ਤੁਹਾਡੀ ਸਮਾਧੀ ਤਾਂ ਭਾਵੇਂ ਕਈ ਸਾਲਾਂ ਦੀ ਹੈ, ਭਗਤੀ ਤਾਂ ਤੁਹਾਡੀ ਬੜੀ ਲੰਬੀ ਹੈ, ਬੜੀ ਇਕਾਗਰਤਾ ਹੈ ਤੁਹਾਡੇ ਕੋਲੇ, ਪਰ ਦੂਸਰੇ ਨੂੰ ਨੀਵਾਂ ਘਟੀਆ ਸਮਝਣਾ, ਇਹ ਤੁਹਾਡੀ ਆਦਤ ਨਹੀਂ ਗਈ। ਆਖੋ ਵਾਹਿਗੁਰੂ। ਕਿਉਂਕਿ ਕਹਿੰਦੇ ਸੀ ਨਾ, ਤੂੰ ਤਾਂ ਬੜੀ ਛੋਟੀ ਉਮਰ ਦਾ, ਤੂੰ ਇੱਥੇ ਕਿਵੇਂ ਆ ਗਿਆ, ਇਹ ਤਾਂ ਸਾਡਾ ਇਲਾਕਾ, ਇੱਥੇ ਤਾਂ ਕੋਈ ਰਹਿ ਹੀ ਨਹੀਂ ਸਕਦਾ ਕੋਈ। ਅੰਦਰ ਨਿੰਦਾ, ਨਫ਼ਰਤ, ਹੰਕਾਰ, ਲੋਭ, ਲਾਲਚ, ਗੁਰੂ ਦੇ ਉਪਦੇਸ਼ਾਂ ਦੇ ਤੀਰ ਵੱਜਣਗੇ ਤਦ ਇਹ ਛੁੱਟੇਗਾ, ਇਹਦਾ ਖਹਿੜਾ। ਨਹੀਂ ਤੇ ਬੜੇ ਅਨੇਕ ਧਰਮ ਦੇ ਕਰਮ ਕੀਤੇ, ਏਕ ਨਾਮ ਬਿਨ ਕਹਿ ਲਹੁ ਸਿਧੀਆ, ਇਹ ਸਫਲਤਾ ਨਹੀਂ ਮਿਲੀ। ਸਿਧੀਆ ਸਫਲਤਾ। ਯਾਹੂ ਯਤਨ ਕਰ ਹੋਤ ਛੁਟਾਰਾ, ਤੂੰ ਯਤਨ ਕਰਨੇ ਨੇ ਸੁਭਾਅ ਦੀਆਂ ਆਦਤਾਂ ਤੋਂ ਮੁਕਤ ਹੋਣ ਲਈ, ਸੋਚ ਦੀਆਂ ਆਦਤਾਂ ਤੋਂ ਮੁਕਤ ਹੋਣ ਲਈ। ਹਰ ਇੱਕ ਨੂੰ ਪਤਾ ਹੈ, ਨਿੰਦਾ ਦੀ ਆਦਤ ਚੰਗੀ ਨਹੀਂ ਹੁੰਦੀ, ਰਿਸ਼ਤਿਆਂ 'ਚ ਖਿਲਾਰੇ ਪਾਉਂਦੀ ਹੈ। ਘਰਾਂ 'ਚ ਕਿਹੜਾ ਨਹੀਂ ਖਿਲਾਰੇ ਪਾਏ, ਕਿਹਨੂੰ ਨਹੀਂ ਪਤਾ, ਸਭ ਨੂੰ ਪਤਾ ਹੈ। ਚਾਹੇ ਉਹ ਪਤਨੀ ਪਤੀ ਦੇ ਕੋਲ ਸੱਸ ਸਹੁਰੇ ਦੀ ਨਿੰਦਾ ਕਰੇ, ਤੇ ਚਾਹੇ ਸੱਸ ਸਹੁਰਾ ਆਪਣੀ ਨੂੰਹ ਦੀ ਪਤੀ ਕੋਲੇ ਨਿੰਦਾ ਕਰੇ, ਭਾਵੇਂ ਦਰਾਣੀ ਜਠਾਣੀ ਦੀ ਨਿੰਦਾ ਕਰੇ ਤੇ ਭਾਵੇਂ ਜਠਾਣੀ ਦਰਾਣੀ ਦੀ ਨਿੰਦਾ ਕਰੇ, ਭਾਵੇਂ ਆਪਣੇ ਸਹੁਰੇ ਘਰ ਦੀਆਂ ਪੇਕੇ ਘਰ ਨਿੰਦਾ ਹੋਵੇ ਤੇ ਚਾਹੇ ਪੇਕੇ ਘਰ ਦੀਆਂ ਸਹੁਰੇ ਘਰ ਨਿੰਦਾ ਹੋਵੇ। ਇਸ ਨਿੰਦਾ ਨੇ ਘਰਾਂ 'ਚ ਖਿਲਾਰਾ ਪਾਇਆ ਹੋਇਆ, ਸਭ ਨੂੰ ਪਤਾ ਹੈ। ਧਰਮ ਦੇ ਕਰਮ ਕਰਦੇ ਹਾਂ, ਸੁਭਾਅ ਸੋਚ ਪੜਚੋਲਣਾ ਹੈ, ਕਿਤੇ ਇਹ ਸਭ ਕੁਝ ਉਵੇਂ ਤਾਂ ਨਹੀਂ ਬੈਠਾ। ਜੇ ਬੈਠਾ ਸੁਭਾਵਾਂ ਵਿੱਚ,
याहू यतन कर होत छुटारा, ये तो छुटन का कोई यतन कर आखो वाहिगुरू। ਉਹ ਯਤਨ ਕਿਹੜਾ ਹੈ? ਵਾਹੂ ਯਤਨ ਸਾਧ ਸੰਗਾਰਾ, ਗੁਰੂ ਦੇ ਉਪਦੇਸ਼ ਦਾ ਸੰਗ ਕਰ। ਸਾਧ ਦੇ ਅਰਥ ਤੇ ਗੁਰੂ ਹੈ। ਗੁਰੂ ਸਾਹਿਬ ਦੇ ਉਪਦੇਸ਼ ਦਾ ਸੰਗ ਕਰ। ਸੰਗ ਕਰਨ ਦੇ ਅਰਥ ਹੈ ਗੁਰੂ ਦੇ ਉਪਦੇਸ਼ ਨੂੰ ਮੰਨ। ਜਾਂ ਉਬਰਨ ਧਾਰੈ ਸਭ ਕੋ, ਗੁਰੂ ਦਾ ਉਪਦੇਸ਼ ਮੰਨ ਕੇ ਹੀ ਸੁਭਾਅ ਤੇ ਸੋਚ ਉਹਨਾਂ ਆਦਤਾਂ ਤੋਂ ਬਚੇਗੀ। ਉਬਰਨ ਹੁੰਦਾ ਬਚਣਾ। ਫਿਰ ਹੀ ਇਹ ਇਸ ਮਾਰਗ ਤੇ ਸੁਭਾਅ ਤੇ ਸੋਚ ਨੂੰ ਤੁਰਨਾ ਆਏਗਾ। ਆਖੋ ਵਾਹਿਗੁਰੂ। ਵਾਹੇ ਜਪੇ ਬਿਨ ਉਬਰ ਨਾ ਹੋਊ। ਇੱਥੇ ਹੁਣ ਗਿਆਨ ਰੂਪੀ ਨਾਮ ਦੀ ਗੱਲ ਕੀਤੀ ਹੈ। ਗਿਆਨ ਰੂਪੀ ਨਾਮ ਨੂੰ ਜਪਣਾ, ਉਪਦੇਸ਼ ਨੂੰ, ਗਿਆਨ ਨੂੰ ਆਪਣੇ ਸੁਭਾਅ ਸੋਚ ਤੇ ਲਾਗੂ ਕਰਨਾ ਹੁੰਦਾ ਹੈ, ਮੰਨਣਾ। ਉਹਦੇ ਬਿਨਾਂ ਸਤਿਗੁਰੂ ਕਹਿੰਦੇ ਸੁਭਾਅ ਦੀਆਂ ਸੋਚ ਦੀਆਂ ਆਦਤਾਂ ਤੋਂ ਮੰਨਿਆ ਨਹੀਂ ਜਾ ਸਕਦਾ। ਉਭਰ ਨਹੀਂ ਸਕਦਾ, ਬਚ ਨਹੀਂ ਸਕਦਾ ਮੰਨੇ ਤੋਂ ਬਿਨਾਂ। ਅਸੀਂ ਸਾਰਿਆਂ ਨੇ ਦੇਖਣਾ ਆਪਣੇ ਅੰਦਰ। ਕਿਤੇ ਅਸੀਂ ਸੰਸਥਾਵਾਂ ਦੇ, ਜਥੇਬੰਦੀਆਂ ਦੇ, ਪਾਰਟੀਆਂ ਦੇ ਧੜੇਬੰਦੀਆਂ ਵਿੱਚ ਪੈ ਕੇ ਦੂਸਰੇ ਧੜੇ, ਦੂਸਰੇ ਜਥੇਬੰਦੀ, ਦੂਸਰੀ ਸੰਸਥਾ ਨੂੰ ਘਟੀਆ ਸਮਝ ਕੇ ਅੰਦਰ ਨਫ਼ਰਤ ਦੀ ਪੰਡ ਤਾਂ ਨਹੀਂ ਚੁੱਕੀ ਬੈਠੇ। ਸਾਨੂੰ ਇਹ ਪਰਚੋਲਣਾ ਪਵੇਗਾ ਆਪਣੇ ਆਪ ਨੂੰ। ਕਿਤੇ ਘਰ ਦੇ ਵਿੱਚ ਹੀ ਨਿੰਦਾ ਨੇ, ਸ਼ਰੀਕੇ ਦੇ ਵਿੱਚ ਨਿੰਦਾ ਨੇ ਖਿਲਾਰੇ ਤਾਂ ਨਹੀਂ ਪਾਏ ਹੋਏ। ਤੇ ਗੁਰੂ ਦਾ ਉਪਦੇਸ਼ ਮੰਨਣ ਤੋਂ ਬਿਨਾਂ ਬਚੇਗਾ ਨਹੀਂ। ਆਖੋ ਵਾਹਿਗੁਰੂ। ਇੱਥੇ ਗਿਆਨ ਰੂਪੀ ਨਾਮ ਦਾ ਜਪਣਾ ਹੈ। ਯਾਹੂ ਤਾਰਨ ਤਾਰਨ ਸਮਰੱਥਾ, ਵਾਹਿਗੁਰੂ ਜੀ ਸਮਰੱਥ ਨੇ। ਉਹ ਸਾਡੀ ਜ਼ਿੰਦਗੀ ਨੂੰ ਮੈਨੇਜ ਕਰਨਾ ਸਿਖਾ ਦਿੰਦੇ ਨੇ ਔਰ ਮੈਨੇਜ ਕਰਨ ਦੀ ਜੁਗਤ ਦਿੰਦੇ ਨੇ। ਪਰ ਇੱਕ ਪ੍ਰੋਸੈਸ ਰੱਖ ਦਿੱਤਾ ਰੱਬ ਦੇ ਨਿਜ਼ਮ ਵਿੱਚ, ਤੂੰ ਗੁਰੂ ਦੇ ਉਪਦੇਸ਼ ਨੂੰ ਮੰਨੇਗਾ ਤਦ ਸੁਭਾਅ ਬਦਲੇਗਾ। ਆਖੋ ਸਾਨੂੰ ਗਿਆਨ ਰੂਪੀ ਨਾਮ, ਗੁਰੂ ਦੇ ਉਪਦੇਸ਼ਾਂ ਦਾ ਨਿਜ਼ਮ ਬਹੁਤ ਘੱਟ ਪ੍ਰਚਾਰਿਆ ਗਿਆ। ਆਖੋ ਵਾਹਿਗੁਰੂ। ਇਹਦੇ ਚੋਂ ਜਿਹੜਾ ਧਿਆਨ ਰੂਪੀ ਨਾਮ ਨਿਕਲਣਾ ਨਾ, ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ, ਭੈ ਭਾਵਨੀ, ਉਹਦੇ ਸ਼ੁਕਰਾਨੇ ਵਿੱਚ, ਉਹਦੇ ਲਈ ਵਿਸ਼ੇਸ਼ ਯਤਨ ਕਰਨ ਦੀ ਲੋੜ ਨਹੀਂ ਪੈਣੀ। ਇਹਦੇ ਵਿੱਚੋਂ ਹੀ ਪ੍ਰਗਟ ਹੋਣਾ। ਆਖੋ ਵਾਹਿਗੁਰੂ। ਕਿਉਂਕਿ ਉਹ ਤਾਂ ਹਰ ਵੇਲੇ ਚਾਹੀਦਾ ਹੈ। ਹਰ ਛਿਨ ਜਪ ਮਨ ਸਤਨਾਮ, ਸਦਾ ਸਤਨਾਮ। ਤੇ ਰੱਬੀ ਗਿਆਨ ਨੂੰ ਮੰਨਣਾ ਹਰ ਵੇਲੇ ਪੈਣਾ ਹੈ, ਹਰ ਵੇਲੇ ਲੋੜ ਹੈ ਇਸ ਦੀ। ਕਿਉਂਕਿ ਸੁਭਾਅ ਦਾ ਕੋਈ ਪਤਾ ਨਹੀਂ ਕਦੋਂ ਨਿੰਦਾ ਵਿੱਚ, ਕਦੋਂ ਨਫ਼ਰਤ ਵਿੱਚ, ਕਦੋਂ ਹੰਕਾਰ ਵਿੱਚ ਉਲਝ ਜਾਂਦਾ ਹੈ। ਇੱਕ ਸੈਕਿੰਡ ਵਿੱਚ ਪਤਾ ਹੀ ਨਹੀਂ ਲੱਗਦਾ ਮਨੁੱਖ ਨੂੰ। ਹਰ ਵੇਲੇ ਗੁਰੂ ਦੇ ਉਪਦੇਸ਼ ਮੰਨਣ ਲਈ ਸੁਚੇਤ ਹੋਣਾ, ਜਿਹਨੂੰ ਕਿ ਜਾਗ ਲਿਓ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਰਾਖ ਲਿਓ ਨਿਰਗੁਣ ਨਰ ਨਾਥਾ। ਫਿਰ ਇੱਕ ਤੇ ਅੰਦਰ ਭਾਵਨਾ ਬਣਾ, ਇਹ ਮਾਇਆ ਦੇ ਗੁਣਾਂ ਤੋਂ ਰਹਿਤ ਨਿਰਗੁਣ ਨਰ ਨਾਥਾ, ਸਾਡੇ ਸਾਰੇ ਮਨੁੱਖਾਂ ਦੇ ਮਾਲਕ ਵਾਹਿਗੁਰੂ ਜੀ ਰੱਖ ਲਓ। ਕਿਸ ਚੀਜ਼ ਤੋਂ ਰੱਖ ਲਓ? ਨਿੰਦਾ ਦੀ ਆਦਤ ਤੋਂ ਬਚਾ ਦਿਓ, ਨਫ਼ਰਤ ਦੀ ਆਦਤ ਤੋਂ ਬਚਾ ਦਿਓ, ਧੜੇਬੰਦੀਆਂ ਵਿੱਚ ਫਸਣ ਦੀ ਆਦਤ ਤੋਂ ਬਚਾ ਦਿਓ। ਜਿਸ ਸੰਸਥਾ ਨਾਲ ਆਪਾਂ ਪਿਆਰ ਕਰਦੇ ਹਾਂ, ਜਿਸ ਜਥੇਬੰਦੀ ਨਾਲ ਪਿਆਰ ਕਰਦੇ ਹਾਂ, ਅਸੀਂ ਉਸ ਜਥੇਬੰਦੀ ਤੋਂ ਸਿੱਖਦੇ ਰਹਿਣਾ ਹੈ, ਸਪੋਰਟ ਕਰਦੇ ਰਹਿਣਾ ਹੈ। ਪਰ ਕਿਸੇ ਵੀ ਜਥੇਬੰਦੀ ਦੇ ਨਾਲ ਨਫ਼ਰਤ ਵਿਰੋਧ ਨਹੀਂ ਕਰਨਾ। ਨਾਲ ਇਹ ਵੀ ਅੰਦਰੋਂ ਸੁਚੇਤ ਹੋਣਾ ਪਵੇਗਾ। ਫਿਰ ਕੌਮੀ ਏਕਤਾ ਦੇ ਮੁੱਢ ਵੱਜਣਗੇ। ਕੌਮੀ ਏਕਤਾ ਤਾਂ ਬਹੁਤ ਦੂਰ ਦੀ ਗੱਲ ਹੈ। ਹਾਲੇ ਤੱਕ ਤਾਂ ਰਿਸ਼ਤਿਆਂ ਵਿੱਚ ਏਕਤਾ ਵੀ ਬੜੇ ਵੱਡਾ ਪ੍ਰੋਜੈਕਟ ਲੱਗ ਰਿਹਾ। ਹਾਲੇ ਤਾਂ ਇਹ ਲੱਗਦਾ ਹੈ ਕਿ ਜੇ 2 ਭਰਾ 3 ਭਰਾ ਕਿਤੇ ਇਕੱਠੇ ਇੱਕ ਘਰ ਵਿੱਚ ਰਹਿਣਾ ਹੋਵੇ ਨਾ, ਬੜਾ ਔਖਾ ਲੱਗ ਰਿਹਾ। ਹਨ ਕੁਛ ਐਸੇ। ਕੈਲਗਰੀ ਤੋਂ ਵੀ ਮਾਣੂ ਕੇ ਪਰਿਵਾਰ ਬਾਰੇ ਜਦੋਂ ਸੁਣਿਆ, ਮਨ ਨੂੰ ਬੜਾ ਹੁਲਾਰਾ ਮਿਲਿਆ। ਕਿਉਂਕਿ ਏਕਤਾ ਵਿੱਚ ਬਰਕਤ ਹੁੰਦੀ ਹੈ। ਸਤਿਗੁਰੂ ਰਹਿਮਤ ਕਰਨ। ਮਨ ਬਚ ਕਰਮ ਜਿਹੇ ਆਪ ਜਨਾਈ, ਗੁਰੂ ਦੇ ਉਪਦੇਸ਼ ਨੇ ਮਨ ਦੀ, ਆਪਣੀ ਸ਼ਬਦਾਵਲੀ ਸਬਜੈਕਟ ਦੀ ਤੇ ਆਪਣੇ ਕਰਮਾਂ ਦੀ ਪੜਚੋਲ ਕਰਵਾਉਣੀ ਹੈ ਗੁਰੂ ਦੇ ਉਪਦੇਸ਼ ਨੇ। ਤੇ ਫਿਰ ਇਹਦਾ ਭੇਦ ਪੈਣਾ। ਜਦੋਂ ਭੇਦ ਪੈਣਾ, ਫਿਰ ਗੁਰੂ ਦੇ ਉਪਦੇਸ਼ ਨੇ, ਇੱਦਾਂ ਕਹਿ ਲਓ ਕਿ ਵਾਹਿਗੁਰੂ ਜੀ ਨੇ ਸੱਚਾ ਗਿਆਨ ਬਣ ਕੇ, ਗੁਰੂ ਦੇ ਉਪਦੇਸ਼ ਬਣ ਕੇ ਮਨ ਵਿੱਚ, ਬਚਨਾਂ ਵਿੱਚ ਤੇ ਕਰਮਾਂ ਵਿੱਚ ਵਸਣਾ ਹੈ। ਫਿਰ ਜੀਵਨ
ਮਤ ਪੂਰੀ ਪ੍ਰਧਾਨ ਬਣਨੀ ਹੈ। ਨਾਨਕ ਇਹ ਮਤ ਪ੍ਰਗਟੀ ਆਈ, ਉਹ ਜਿਹੜੀ ਮਤ ਹੈ ਨਾ, ਇਹ ਨਾਨਕ ਜੀ, ਉਹ ਪ੍ਰਗਟੀ ਦੇ ਅਰਥ ਹੈ ਬਖਸ਼ਿਸ਼ ਵਾਲੀ ਹੁੰਦੀ ਹੈ। ਉਹ ਜੀਵਨ ਬਖਸ਼ਿਸ਼ ਵਾਲਾ ਹੀ ਦੂਸਰਿਆਂ ਦੇ ਲਈ ਪ੍ਰਦਾਨ ਦੇ ਅਰਥ ਪ੍ਰੇਰਣਾਦਾਇਕ ਬਣਦਾ ਹੈ। ਸ਼ਲੋਕ ਰੋਸ ਨ ਕਾਹੂ ਸੰਗ ਕਰਹੁ, ਆਪਣੇ ਆਪ ਵਿਚਾਰ। ਹੁਣ ਤਰੀਕਾ ਸਿਖਾ ਰਹੇ ਨੇ, ਤੂੰ ਦੂਸਰਿਆਂ ਵਿੱਚੋਂ ਨੁਕਸ ਲੱਭ ਲੱਭ ਕੇ, ਦੂਸਰਿਆਂ ਦੀਆਂ ਕਮਜ਼ੋਰੀਆਂ ਦੇਖ ਦੇਖ ਕੇ, ਦੂਸਰਿਆਂ ਦੀਆਂ ਘਾਟਾਂ ਦੇਖ ਦੇਖ ਕੇ, ਫੋਕਸ ਕਰ ਕਰਕੇ, ਦੂਸਰਿਆਂ ਦੇ ਔਗਣ ਨੂੰ ਫੋਕਸ ਕਰ ਕਰਕੇ ਆਪਣੇ ਅੰਦਰ ਰੋਸ ਪੈਦਾ ਕਰੀ ਜਾ ਰਹੇ ਹੈ। ਉਸ ਰੋਸ ਵਿੱਚੋਂ ਨਫ਼ਰਤ ਪੈਦਾ ਹੁੰਦੀ ਹੈ, ਉਹਦੇ 'ਚੋਂ ਡਿਸਸੈਟਿਸਫਾਈਡ ਹੁੰਦਾ ਹੈ ਅਤੇ ਨਾ ਸੰਤੁਸ਼ਟ ਹੁੰਦਾ ਕਰਕੇ ਹਿਡਨ ਸਟ੍ਰੈਸ ਵਿੱਚ ਜਿਉ ਰਿਹਾ ਅਤੇ ਇਹਦੇ 'ਚੋਂ ਖਿਜਣਾ ਖਪਣਾ ਪੈਦਾ ਹੁੰਦਾ। ਆਖੋ ਵਾਹਿਗੁਰੂ। ਰੋਸ ਨਾ ਕਾਹੂ ਸੰਗ ਕਰੋ, ਰੋਸ ਨਾ ਕਰ, ਆਪਣਾ ਆਪ ਵਿਚਾਰ, ਆਪਣੇ ਆਪ ਨੂੰ ਪੜਚੋਲਣਾ ਸਿੱਖ, ਆਪਣੇ ਸੁਭਾਅ ਨੂੰ, ਆਪਣੀ ਸੋਚ ਨੂੰ ਆਪੇ ਦੀ ਵਿਚਾਰ ਕਰ। ਆਖੋ ਵਾਹਿਗੁਰੂ। ਹੋਏ ਨਿਮਾਣਾ ਜਗ ਰਹੋ, ਨਾਨਕ ਨਦਰੀ ਪਾਰ। ਤੇ ਨਿਮਰਤਾ ਵਿੱਚ ਜਿਉ, ਆਪਣੇ ਔਗਣ ਦੇਖ, ਦੂਸਰਿਆਂ ਦੇ ਗੁਣ ਦੇਖ, ਦੇਖੀ ਅੰਦਰ ਨਜ਼ਰ ਬਦਲ ਜਾਏਗੀ, ਬਾਹਰ ਨਜ਼ਾਰਾ ਬਦਲ ਜਾਏਗਾ। ਆਖੋ ਇਹ ਨਾਨਕ ਜੀ, ਇਸ ਤਰ੍ਹਾਂ ਦੀ ਸੋਚ ਤੇ ਫਿਰ ਵਾਹਿਗੁਰੂ ਦੀ ਨਜ਼ਰ ਪੈਂਦੀ ਹੈ। ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਇਹ ਸੋਚ ਫਿੱਟ ਆ ਜਾਂਦੀ ਹੈ, ਗੁਰੂ ਦੇ ਉਪਦੇਸ਼ ਦੀ ਧਾਰਨੀ ਬਣ ਜਾਂਦੀ ਹੈ, ਫਿਰ ਜੀਵਨ ਸਫਲ ਹੋ ਜਾਂਦਾ ਪਾਰ। ਵਾਹਿਗੁਰੂ ਜੀ ਦੀ ਮਿਹਰ ਭਰੀ ਦ੍ਰਿਸ਼ਟੀ ਤੇ ਬਖਸ਼ਿਸ਼ ਦੇ ਨਾਲ ਆਹ ਪ੍ਰੋਸੈਸ ਦੱਸ ਦਿੱਤਾ, ਗੱਲੀ ਬਾਤੀ ਨਹੀਂ ਹੋਣਾ। ਪੌੜੀ ਰਾਰਾ ਰੇਨ ਹੋਤ ਸਭ ਜਾ ਕੀ, ਰਾਰਾ ਅੱਖਰ ਤੋਂ ਸਿਖਾ ਰਹੇ ਨੇ, ਸਾਰਿਆਂ ਦੀ ਰੇਨ ਹੋ ਜਾ। ਚਰਨ ਧੂੜੀ, ਚਰਨ ਧੂੜੀ ਦੇ ਅਰਥ ਹੈ ਹਰ ਇੱਕ ਦੇ ਵਿੱਚੋਂ ਗੁਣਾਂ ਨੂੰ ਸਿੱਖ, ਹਰ ਇੱਕ ਦੇ ਚੰਗੇ ਕਰਮਾਂ ਤੋਂ ਪ੍ਰਭਾਵਿਤ ਹੋ ਤੇ ਹਰ ਇੱਕ ਦੇ ਚੰਗੇ ਬੋਲਾਂ ਤੋਂ, ਚੰਗੀ ਸੋਚ ਤੋਂ ਪ੍ਰਭਾਵਿਤ ਹੋ। ਆਹ ਹੈ ਗੁਰਮਤਿ ਅਨੁਸਾਰ ਚਰਨ ਧੂੜੀ ਹੋਣਾ। ਆਖੋ ਵਾਹਿਗੁਰੂ। ਉਹਦੇ ਲਈ ਤਜ ਅਭਿਮਾਨ ਛੁੱਟੈ ਤੇਰੀ ਬਾਕੀ, ਪਿਆਰਿਆ ਅਭਿਮਾਨ ਛੱਡ ਦੇ। ਇਹ ਆਪਣੇ ਅੰਦਰੋਂ ਭਾਵਨਾ ਛੱਡ ਦੇ ਕਿ ਜੋ ਮੈਂ ਧਰਮ ਨਿਭਾ ਰਿਹਾ, ਮੈਨੂੰ ਹੀ ਸਾਰਾ ਪਤਾ ਹੈ, ਜਿਸ ਤਰ੍ਹਾਂ ਮੈਂ ਭਗਤੀ ਕਰ ਰਿਹਾ ਮੈਨੂੰ ਹੀ ਸਾਰਾ ਪਤਾ। ਛੱਡ ਦੇ ਅਭਿਮਾਨ ਇਹ, ਕਿਉਂਕਿ ਤੇਰਾ ਜਦੋਂ ਹਿਸਾਬ ਕਿਤਾਬ ਹੋ ਗਿਆ ਨਾ, ਤੇਰੇ ਵੱਲ ਬਾਕੀ ਬਹੁਤ ਰਹਿ ਜਾਣੀ ਹੈ। ਨਿੰਦਾ ਦਾ ਸੁਭਾਅ ਜਦੋਂ ਰੱਬ ਦੇ ਨਿਜ਼ਮ ਨੇ ਪਰਚੋਲਿਆ ਨਾ, ਦੂਸਰਿਆਂ ਨਾਲ ਨਫ਼ਰਤ ਕਰਨ ਦਾ, ਦੂਸਰਿਆਂ ਦੇ ਔਗਣ ਦੇਖਣ ਦਾ ਸੁਭਾਅ ਪਰਚੋਲਿਆ ਨਾ, ਫਿਰ ਤੇਰੇ ਅੰਦਰ ਬੜਾ ਬੈਲੈਂਸ ਨਿਕਲੇਗਾ। ਨੈਗੇਟਿਵ ਤੇਰਾ ਅਕਾਊਂਟ ਜਿਹੜਾ ਨਾ, ਲਾਈਫ ਦਾ ਅਕਾਊਂਟ, ਉਹ ਨੈਗੇਟਿਵ ਹੋਏਗਾ, ਮਾਈਨਸ ਵਿੱਚ ਹੋਏਗਾ। ਛੁੱਟੈ ਤੇਰੀ ਬਾਕੀ, ਹੋਏ ਨਿਮਾਣਾ ਜਗ। ਵਾਹਿਗੁਰੂ ਮਾਫ ਕਰਨਾ। ਰਣ ਦਰਗਹ ਤੋ ਸੀਜਹਿ ਭਾਈ, ਤੇਰੇ ਅੰਦਰ ਸੰਘਰਸ਼ ਕਰਨ ਦੀ ਲੋੜ ਹੈ, ਅੰਦਰ ਜੰਗ ਕਰਨ ਦੀ ਲੋੜ ਹੈ। ਦਰਗਾਹ ਰੱਬ ਦੇ ਨਿਜ਼ਮ ਵਿੱਚ ਸੀਜੈ, ਫਿਰ ਜੀਵਨ ਸਫਲ ਹੋਏਗਾ। ਐ ਭਾਈ ਗੁਰਸਿੱਖਾ ਸੁਣ, ਐ ਮਨਾ ਸੁਣ, ਜੋ ਗੁਰਮੁਖ ਰਾਮ ਨਾਮ ਲਿਵ ਲਾਈ। ਇਸ ਤਰੀਕੇ ਨਾਲ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਆਪਣੇ ਸੁਭਾਅ ਤੇ ਲਾਗੂ ਕਰਕੇ ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਦੇ ਨਾਲ ਪਹਿਲਾਂ ਲਿਵ ਲਾ। ਪਹਿਲਾਂ ਗਿਆਨ ਰੂਪੀ ਨਾਮ ਦੇ ਲਈ ਸੁਭਾਅ ਖਰਾ ਉਤਰੇ, ਗਿਆਨ ਰੂਪੀ ਨਾਮ ਦੇ ਸ਼ੀਸ਼ੇ ਰਾਹੀਂ ਇਹ ਸੋਚ ਸੁਭਾਅ ਨੂੰ ਪੜਚੋਲ ਕੇ ਦੇਖ। ਆਖੋ ਵਾਹਿਗੁਰੂ। ਤੇ ਜਦੋਂ ਤੈਨੂੰ ਦੂਸਰਿਆਂ ਦੇ ਔਗਣ ਦੇਖ ਰਿਹਾ ਨਾ, ਕਿੰਨੇ ਸਾਲਾਂ ਤੋਂ ਦੇਖਦਾ ਆ ਰਿਹਾ, ਬਚਪਨ ਵਿੱਚ ਬੜੇ ਦੇਖੇ, ਟੀਨ ਏਜ ਵਿੱਚ ਦੇਖਦਾ ਰਿਹਾ, ਜਵਾਨੀ 'ਚ ਦੇਖਦਾ ਰਿਹਾ, ਪਰਿਵਾਰਕ ਮੈਂਬਰਾਂ ਦੇ, ਰਿਸ਼ਤੇਦਾਰਾਂ ਦੇ, ਜਿੱਥੇ ਰਹਿ ਰਿਹਾ ਸਾਰਿਆਂ ਦੇ ਔਗਣ ਹੀ ਦੇਖਦਾ ਰਿਹਾ, ਔਗਣ ਹੀ ਫੋਕਸ ਕਰੀ ਜਾ ਰਿਹਾ। ਤੇਰੇ ਚੇਤਾ ਸ਼ਕਤੀ ਨੂੰ ਫਰੋਲ ਕੇ ਦੇਖ, ਤੈਨੂੰ ਰੱਬ ਉਹਨਾਂ ਚੇਤੇ ਨਹੀਂ ਜਿਤਨੇ ਲੋਕਾਂ ਦੇ ਔਗਣ ਚੇਤੇ। ਆਖੋ ਵਾਹਿਗੁਰੂ। ਤੇ ਜਦੋਂ ਗੁਰੂ ਦੇ ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਪੜਚੋਲ ਕੇ ਸੰਵਾਰਨ ਦੀ ਕੋਸ਼ਿਸ਼ ਕਰੇਂਗੇ ਨਾ, ਰਹਿਤ ਰਹਿਤ ਰਹਿ ਜਾਏ ਬੇਕਾਰਾ, ਫਿਰ ਇਹ ਆਦਤਾਂ ਨੂੰ ਘਟਾਉਂਦਿਆਂ 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 ਮਿਟ ਜਾਣਗੀਆਂ। ਆਖੋ ਵਾਹਿਗੁਰੂ। ਰਾਤੇ ਰਾਤ ਨਹੀਂ ਹੋਏਗਾ, ਇੱਕਦਮ ਨਹੀਂ ਹੋਏਗਾ, ਹਰ ਵੇਲੇ ਗੁਰੂ ਦੇ ਨਾਲ ਇੱਕ ਮਿਕ ਹੋਣਾ ਪਵੇਗਾ। ਆਖੋ ਵਾਹਿਗੁਰੂ। ਗੁਰ ਪੂਰੇ ਕੈ ਸ਼ਬਦ ਅਪਾਰਾ, ਪੂਰੇ ਗੁਰੂ ਦਾ ਜੋ ਉਪਦੇਸ਼ ਹੈ ਨਾ, ਬੇਅੰਤ ਹੈ।
ਇਸ ਉਪਦੇਸ਼ ਨੂੰ ਗਿਆਨ ਰੂਪੀ ਨਾਮ ਕਿਹਾ। ਇਹ ਸੱਚਾ ਗਿਆਨ ਹੈ ਰੱਬ ਦਾ। ਰਾਤੇ ਰੰਗ ਨਾਮ ਰਸ ਮਾਤੇ, ਇਸ ਗਿਆਨ ਰੂਪੀ ਨਾਮ ਦੇ ਪਿਆਰ ਵਿੱਚ ਮਨ ਭਿੱਜਣ ਲੱਗ ਜਾਵੇ। ਮੇਰੇ ਗੁਰੂ ਨੇ ਕਹਿ ਦਿੱਤਾ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਤੇ ਮੈਂ ਅੱਜ ਤੋਂ ਬਾਅਦ ਨਿੰਦਾ ਦੇ ਲਈ ਆਪਣੀ ਜ਼ੁਬਾਨ ਬੰਦ ਕਰਨੀ ਹੈ। ਆਖੋ, ਰਾਤੇ ਰਾਤ ਨਹੀਂ ਹੋਏਗੀ, ਦੇਖ ਲੈਣਾ। ਆਦਤ ਪੱਕੀ ਹੋਈ ਹੈ ਅੰਦਰ, ਇਸ ਲਈ ਰਹਿਤ ਰਹਿਤ ਰਹਿ ਜਾਏ ਬੇਕਾਰਾ। ਪਹਿਲਾਂ ਤੇਰੀ ਭਾਵਨਾ ਗਹਿਰੀ ਹੋਵੇ, ਫਿਰ ਆਪਣੇ ਆਪ ਨਾਲ ਪ੍ਰੋਮਿਸ ਹੋਵੇ, ਫਿਰ ਅਰਦਾਸ ਵੀ ਹੋਵੇ, ਅੰਦਰ ਭਾਵਨਾ ਵੀ ਗਹਿਰੀ ਹੋਵੇ, ਭਾਵਨਾ ਅਰਦਾਸ ਬਣੇਗੀ, ਨਾਲ ਫਿਰ ਯਤਨ ਵੀ ਹੋਣ। ਯਤਨ ਕੀ ਹੋਣ? ਗੁਰ ਕੈ ਸ਼ਬਦ, ਗੁਰ ਪੂਰੇ ਕੈ ਸ਼ਬਦ ਅਪਾਰਾ। ਗੁਰੂ ਦੇ ਉਪਦੇਸ਼ਾਂ ਦੀ ਚੋਟ ਵੱਜਦੀ ਰਵੇ ਹਰ ਵੇਲੇ। ਜਪਜੀ ਸਾਹਿਬ 'ਚ ਸਿੱਖਿਆ ਸੀ ਨਾ, ਆਹਰਨ ਮਤ ਵੇਦ ਹਥਿਆਰ, ਤੇ ਮੱਤ ਤੇ ਹਥੌੜੇ ਕਦੋਂ ਮਾਰੇ ਨੇ। ਆਖੋ ਵਾਹਿਗੁਰੂ। ਤੂੰ ਤਾਂ ਉਪਦੇਸ਼ ਦੇ ਹਥੌੜੇ ਮਾਰਨ ਦੀ ਬਜਾਏ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਣ ਦੀ ਬਜਾਏ, ਤਾਂ ਆਨ ਮਤਾਂ ਦੇ ਪ੍ਰਭਾਵ ਵਿੱਚ ਆਇਆ ਹੋਇਆ। ਆਖੋ ਵਾਹਿਗੁਰੂ। ਹਰ ਹਰ ਅੰਮ੍ਰਿਤ ਵਾਹਿਗੁਰੂ। ਨਾਨਕ ਹਰ ਗੁਰ ਕੀਨੀ ਦਾਤੇ। ਹੈ ਨਾਨਕ ਜੀ, ਇਸ ਤਰੀਕੇ ਨਾਲ ਵਾਹਿਗੁਰੂ ਜੀ ਨੇ ਗੁਰ ਸਰੂਪ ਰਾਹੀਂ ਇਹ ਬਖਸ਼ਿਸ਼ ਦੀ ਦਾਤ ਦਿੱਤੀ ਹੈ। ਆਖੋ ਵਾਹਿਗੁਰੂ। ਹਰ ਗੁਰ, ਇਹ ਨਾਨਕ ਜੀ, ਵਾਹਿਗੁਰੂ ਜੀ ਸੱਚਾ ਗਿਆਨ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰ ਸਰੂਪ ਬਣ ਕੇ ਬੈਠੇ ਨੇ। ਉਸ ਨੂੰ ਮੰਨਣ ਨਾਲ ਹੁਣ ਇਹ ਗੱਲ ਕਲੀਅਰ ਹੋ ਗਈ ਨਾ। ਉੱਪਰ ਪਹਿਲੀ ਪੰਕਤੀ ਜਿਹੜੀ, ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨਮੰਤ। ਮਨ ਨੇ ਜਦੋਂ ਸੱਚੇ ਗਿਆਨ ਨੂੰ ਮੰਨਿਆ, ਗੁਰ ਸਰੂਪ ਨੂੰ ਮੰਨਿਆ, ਤੇ ਵਾਹਿਗੁਰੂ ਜੀ ਦਾ ਰੂਪ ਸੱਚਾ ਗਿਆਨ, ਉਹ ਹਰੀ ਰੂਪ ਵੀ ਹੈ, ਉਹ ਗੁਰ ਰੂਪ ਵੀ ਹੈ, ਗੁਰ ਸਰੂਪ ਵੀ ਹੈ। ਉਹਨੇ ਦਾਤ ਦਿੱਤੀ, ਕਿੰਨੀ ਦਾਤ, ਭਾਵ ਬਖਸ਼ਿਸ਼ ਕੀਤੀ। ਜਦੋਂ ਬਖਸ਼ਿਸ਼ ਹੋਈ ਨਾ, ਸ਼ਲੋਕ ਲਾਲਚ ਝੂਠ ਬਿਖੈ ਬਿਆਦ, ਯਾਦੇ ਹੀ ਮਹਿਵਾਸ। ਫਿਰ ਸਮਝ ਲੱਗੀ ਕਿ ਅੰਦਰ ਕਿਧਰੇ ਨਾ ਕਿਧਰੇ ਲਾਲਚ ਬੈਠਾ ਹੈ, ਝੂਠੀਆਂ ਆਦਤਾਂ ਬੈਠੀਆਂ ਨੇ। ਉਹ ਜ਼ਹਿਰ ਹੈ, ਬਿਖੈ, ਬਿਆਦ, ਉਹਦੇ ਨਾਲ ਧੜੇ ਬੰਦੀਆਂ, ਆਪਣੇ ਆਪ ਨੂੰ ਤੇ ਆਪਣਿਆਂ ਨੂੰ ਉੱਚਾ, ਦੂਸਰਿਆਂ ਨੂੰ ਤੇ ਦੂਸਰਿਆਂ ਦੀਆਂ ਜਥੇਬੰਦੀਆਂ ਧੜਿਆਂ ਨੂੰ ਨੀਵਾਂ। ਨਫ਼ਰਤ ਨਿੰਦਾ ਅੰਦਰ ਬੈਠੀ ਹੈ, ਲਾਲਚ, ਝੂਠ, ਬਿਖੈ, ਬਿਆਦ, ਯਾਦੇਹੀ ਮਹਿਬਾਸ, ਇਹ ਤੇਰੇ ਸਰੀਰ ਦੇ ਅੰਦਰ ਆ। ਆਖੋ ਵਾਹਿਗੁਰੂ। ਹਰ ਹਰ ਅੰਮ੍ਰਿਤ ਗੁਰਮੁਖ ਪੀਆ, ਨਾਨਕ ਸੂਖ ਨਿਵਾਸ। ਇੱਥੇ ਹੁਣ ਵਾਹਿਗੁਰੂ ਜੀ ਦਾ ਅੰਮ੍ਰਿਤ ਰਸ ਦੇਖਿਓ ਕਿਹੜਾ ਹੈ। ਇਸ ਲਈ ਨਿਪਟਾਰਾ ਕਰਦੇ ਰਹਿਣਾ। ਗਿਆਨ ਰੂਪੀ ਨਾਮ ਹੈ ਕਿ ਧਿਆਨ ਰੂਪੀ ਨਾਮ ਹੈ। ਇੱਥੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਮੰਨਣ ਦਾ ਰਸ ਪੀਤਾ। ਆਖੋ ਵਾਹਿਗੁਰੂ। ਤੇ ਨਾਨਕ ਜੀ, ਐਸਾ ਆਤਮਿਕ ਸੁਖ, ਆਤਮਿਕ ਅਡੋਲਤਾ ਮਿਲੀ। ਉਹ ਆਤਮਿਕ ਸੁਖ ਰਸ ਬਣ ਗਿਆ ਤੇ ਆਤਮਿਕ ਅਡੋਲ ਹੋ ਕੇ ਗੁਰੂ ਦੇ ਮਾਰਗ ਤੇ ਤੁਰੇ ਰਹਿਣਾ, ਉਹ ਟਿਕਾਣਾ ਮਿਲ ਗਿਆ, ਨਿਵਾਸ। ਪੌੜੀ ਲੱਲਾ ਲਾਵਾਂ ਔਖਦ ਜਾਹੂ। ਲੱਲਾ ਅੱਖਰ ਤੋਂ ਸਿਖਾ ਨੇ। ਇਸ ਤਰ੍ਹਾਂ ਜਿਹੜੇ ਗੁਰੂ ਦੇ ਉਪਦੇਸ਼ ਨੇ, ਇਹ ਗਿਆਨ ਰੂਪੀ ਨਾਮ ਦੀ ਮੈਡੀਸਨ ਮਿਲ ਗਈ, ਔਖਦ, ਦਵਾਈ। ਜਿੱਥੇ ਸੱਟ ਲੱਗੀ ਹੁੰਦੀ, ਜ਼ਖਮ ਹੁੰਦਾ ਨਾ, ਉਹ ਮਰਮ ਉੱਥੇ ਲਾਈ ਜਾਂਦੀ ਆ। ਆਖੋ ਵਾਹਿਗੁਰੂ। ਤੇਰੇ ਜਿਹੜੇ ਸੁਭਾਅ ਵਿੱਚ ਜਿੱਥੇ ਜੇ ਕਮਜ਼ੋਰੀ ਬੈਠੀ ਹੈ ਨਾ ਸੁਭਾਅ 'ਚ, ਉੱਥੇ ਗਿਆਨ ਰੂਪੀ ਨਾਮ ਦੀ ਮਰਮ ਲਾਉਣੀ ਸਿੱਖ। ਆਖੋ ਵਾਹਿਗੁਰੂ। ਸਤਿਗੁਰੂ ਕਹਿੰਦੇ, ਮੈਂ ਲੱਲਾ ਅੱਖਰ ਤੋਂ ਸਿਖਾ ਰਹੇ ਨੇ, ਉਹ ਗਿਆਨ ਰੂਪੀ ਨਾਮ ਦੀ ਔਖਦ ਨੂੰ ਸੁਭਾਅ 'ਤੇ ਲਾਉਂਦਾ ਹਾਂ। ਸਾਨੂੰ ਸਿਖਾਉਣ ਵਾਸਤੇ ਆਪਣੇ 'ਤੇ ਲਾ ਕੇ ਕਹਿੰਦੇ ਨੇ, ਸਿਖਾ ਸਾਨੂੰ ਰਹੇ ਨੇ ਵੀ ਇੱਦਾਂ ਉੱਥੇ ਲਾਓ। ਦੁੱਖ ਦਰਦ ਤਹਿ ਮਿਟਾਹਿ ਖਨਾਹੂ। ਫਿਰ ਅੰਦਰ ਜਿਹੜਾ ਦੁੱਖ ਬੈਠਾ ਹੈ ਨਾ, ਉਹ ਸੁਭਾਵਿਕ ਕਮਜ਼ੋਰੀਆਂ, ਸਭ ਤੋਂ ਵੱਡਾ ਦੁੱਖ ਹੈ। ਉਹੀ ਸਭ ਤੋਂ ਵੱਡੀ ਪੀੜਾ ਹੈ, ਕਿਉਂਕਿ ਅੰਦਰੋਂ ਜੀਵਨ ਨੂੰ ਸਮਰਨ ਨਹੀਂ ਦੇ ਰਹੀ, ਅੰਦਰੋਂ ਸੋਚ ਸੁਭਾਅ ਨੂੰ ਸ਼ਿੰਗਾਰਨ ਨਹੀਂ ਦੇ ਰਹੀ ਆਦਤ। ਉਹ ਮਿਟ ਜਾਏਗੀ। ਔਰ ਜਿਸ ਵੇਲੇ ਗੁਰੂ ਦਾ ਉਪਦੇਸ਼ ਦਾ ਤੀਰ ਵੱਜ ਗਿਆ, ਇੱਕ ਛਿਨ ਵਿੱਚ ਮਿਟ ਜਾਏਗੀ। ਆਖੋ ਵਾਹਿਗੁਰੂ। ਮਿਟੈ ਖਿਨਾਹੂ, ਖਿਨ ਵਿੱਚ। ਨਾਮ ਔਖਦ ਜਿਹ ਹਿਰਦੈ ਹਿਤਾਵੈ। ਬਸ਼ਰਤੇ ਕਿ ਜੋ ਗੁਰੂ ਦੇ ਉਪਦੇਸ਼ ਸੱਚਾ ਗਿਆਨ ਹੈ ਨਾ, ਇਹ ਜਿਹੜੀ ਮੈਡੀਸਨ ਹੈ, ਉਪਦੇਸ਼, ਇਹ ਹਿਰਦੇ 'ਚ ਵਸ ਜਾਵੇ। ਹਿਤਾਵੈ, ਗੂੜੀ ਪ੍ਰੀਤ ਪੈ ਜਾਵੇ ਗੁਰੂ ਦੇ ਉਪਦੇਸ਼ ਨਾਲ। ਜੇ ਗੁਰੂ ਨੇ ਕਿਹਾ, ਨਾ ਕੋ ਵੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਤੇ ਮੈਂ ਨਫ਼ਰਤ ਨਹੀਂ ਕਰਨੀ। ਆਖੋ ਔਖੀ ਜੀ ਖੇਡ ਨਹੀਂ ਹੈ।
ਧਰਮ ਦੇ ਕਰਮਾਂ ਦੀ ਗਿਣਤੀ ਜਿੱਡੀ ਮਰਜ਼ੀ ਕਰੀ ਚੱਲੋ। ਉਹ ਤੇ ਬੜਾ ਸੌਖਾ ਹੈ, ਮੈਂ ਇੰਨੀ ਸੇਵਾ ਕੀਤੀ, ਮੈਂ ਇੰਨੀ ਬਾਣੀ ਪੜ੍ਹੀ, ਮੈਂ ਇੰਨੀ ਸੰਗਤ ਕੀਤੀ, ਮੈਂ ਇੰਨੀ ਭਗਤੀ ਕੀਤੀ, ਕਰ ਲੈ ਗਿਣਤੀ। ਗਿਣਤੀ ਕਰਨੀ ਹੈ ਤੇ ਨਾਲ ਇਹ ਵੀ ਕਰ ਨਫ਼ਰਤ ਕਿੰਨੀ ਕੀਤੀ, ਕਿੰਨਿਆਂ ਨੂੰ ਕੀਤੀ, ਕਿੰਨਿਆਂ ਨਾਲ, ਕਿੰਨਿਆਂ ਦੇ ਕੇਵਲ ਔਗਣ ਹੀ ਦਿਸਦੇ ਨੇ ਮੈਨੂੰ, ਕਿੰਨਿਆਂ ਦੇ ਔਗਣਾਂ ਦੀਆਂ ਵਿਚਾਰਾਂ ਮੈਂ ਆਪਣੇ ਅੰਦਰ ਚੱਕੀ ਬੈਠਾ, ਉਹਨਾਂ ਦੇ ਔਗਣਾਂ ਦੀਆਂ ਯਾਦਾਂ ਚੱਕੀ ਬੈਠਾ, ਕਿੱਡੇ ਵੱਡੇ ਭਾਰ ਚੱਕੀ ਬੈਠਾ। ਦੇਖ ਇਸ ਨੂੰ, ਜਦੋਂ ਗੂੜਾ ਪ੍ਰੀਤ ਪੈ ਗਈ ਨਾ ਗੁਰੂ ਦੇ ਉਪਦੇਸ਼ ਨਾਲ, ਤਾਹੇ ਰੋਗ ਸੁਪਨੇ ਨਹੀਂ ਆਵੈ, ਫਿਰ ਪਤਾ ਲੱਗੇਗਾ ਰੋਗ ਤੇ ਸੁਭਾਅ ਵਿੱਚ ਹੈ, ਰੋਗ ਤੇ ਸੋਚ ਵਿੱਚ ਹੈ। ਫਿਰ ਜਦੋਂ ਗੁਰੂ ਦੇ ਉਪਦੇਸ਼ ਦੀ ਬਖਸ਼ਿਸ਼ ਹੁੰਦੀ ਨਾ, ਗਿਆਨ ਰੂਪੀ ਨਾਮ ਦੀ ਔਖਦ ਦਵਾਈ ਸੋਚ ਸੁਭਾਅ ਦੇ ਜ਼ਖਮਾਂ ਤੇ ਲੱਗਦੀ ਹੈ, ਜਾਂ ਤਾਂ ਫਿਰ ਕੌੜੀ ਲੱਗੇਗੀ ਟੁੱਟ ਜਾਏਗਾ, ਜਾਂ ਗੂੜਾ ਜੁੜ ਜਾਏਗਾ, ਹਿਤਾਵਾ ਹਿਤਾਏਗਾ। ਫਿਰ ਜਿਹੜਾ ਰੋਗ ਹੈ ਨਾ, ਸੁਪਨੇ ਵਿੱਚ ਵੀ ਨਹੀਂ ਆਏਗਾ। ਖਵਾਏਗਾ ਹਰ ਔਖਦ ਸਭ ਘਟ ਹੈ ਭਾਈ, ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸੱਚਾ ਗਿਆਨ, ਗਿਆਨ ਰੂਪੀ ਨਾਮ ਦਾ ਜਿਹੜੀ ਔਖਦ ਹੈ ਨਾ, ਦਵਾਈ ਹਰ ਇੱਕ ਦੇ ਅੰਦਰ ਹੈ, ਜ਼ਮੀਰ ਦੀ ਆਵਾਜ਼ ਬਣ ਕੇ ਬੋਲਦੀ ਹੈ। ਕਿਸੇ ਨੂੰ ਪੁੱਛ ਕੇ ਦੇਖੋ ਨਿੰਦਾ ਕਰਨੀ ਚਾਹੀਦੀ ਹੈ, ਕਹਿੰਦਾ ਨਹੀਂ ਜੀ ਮਾੜੀ ਹੈ। ਹਰ ਇੱਕ ਨੂੰ ਪਤਾ ਹੈ ਕਿ ਨਫ਼ਰਤ ਮਾੜੀ ਹੁੰਦੀ ਹੈ, ਹਰ ਇੱਕ ਨੂੰ ਪਤਾ ਹੈ ਹੰਕਾਰ ਮਾੜਾ ਹੁੰਦਾ ਹੈ, ਹਰ ਇੱਕ ਨੂੰ ਪਤਾ ਹੈ ਕ੍ਰੋਧ ਮਾੜਾ ਹੁੰਦਾ ਹੈ। ਕਰੀ ਕੀ ਜਾਣਾ ਫਿਰ? ਜਿਹੜਾ ਪਤਾ ਹੈ ਨਾ, ਉਹ ਰੱਬੀ ਗਿਆਨ ਤਾਂ ਤੇਰੇ ਅੰਦਰ ਬੈਠਾ ਹੈ, ਸਭ ਘਟ ਹੈ ਭਾਈ, ਹਰ ਇੱਕ ਦੇ ਅੰਦਰ ਹੈ। ਗੁਰ ਪੂਰੇ ਬਿਨ ਬਿਧ ਨਾ ਬਣਾਈ, ਆਹਾ, ਗੁਰ ਸਰੂਪ ਨੂੰ ਮੰਨੇ ਤੋਂ ਬਿਨਾ ਇਹ ਵਿਧੀ ਨਹੀਂ ਬਣਦੀ। ਆਖੋ ਵਾਹਿਗੁਰੂ, ਸਬੱਬ ਨਹੀਂ ਬਣਦਾ, ਅੰਦਰ ਬਦਲਾਵ ਨਹੀਂ ਆਉਂਦਾ। ਅਬ ਦੱਸ ਦਿੱਤਾ, ਪ੍ਰੋਸੈਸ ਦੱਸ ਦਿੱਤਾ। ਗੁਰ ਪੂਰੈ ਸੰਜਮ ਕਰ ਦੀਆ, ਗੁਰ ਸਰੂਪ ਨੇ, ਸੱਚੇ ਗਿਆਨ ਨੇ, ਗਿਆਨ ਰੂਪੀ ਨਾਮ ਨੇ ਸੰਜਮ ਸਿਖਾ ਦਿੱਤਾ, ਇੱਕ ਦਾਇਰਾ, ਇੱਕ ਲਿਮਿਟ, ਸੈਲਫ ਲਿਮਿਟ। ਜੋ ਗੁਰਸਿੱਖ ਹੋਣ ਦੀ, ਗੁਰਮੁਖ ਜੀਵਨ, ਗੁਰਮਤ ਵਾਲੇ ਜੀਵਨ ਦੀ ਸੈਲਫ ਲਿਮਿਟ ਹੈ ਨਾ, ਇਹਨੂੰ ਸੈਲਫ ਲਿਮਿਟ ਨੂੰ ਪੰਜਾਬੀ 'ਚ ਜਾਂ ਹਿੰਦੀ 'ਚ ਕਰੀਏ, ਸਵੈ ਵਰਗ ਬਣਦਾ ਹੈ। ਸਵਰਗ, ਐਕਚੁਅਲੀ ਸਵਰਗ ਦੇ ਅਰਥ ਹੈ ਸੈਲਫ ਲਿਮਿਟ ਵਿੱਚ ਜਿਉਣਾ, ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਵਿੱਚ ਜਿਉਣਾ। ਉਹ ਰੱਬ ਦੇ ਗਿਆਨ ਰੂਪੀ ਨਾਮ ਦੀ ਮੈਡੀਸਨ ਨੇ ਦੇਣਾ, ਪਰ ਦੇਣਾ ਕਿਵੇਂ ਹੈ? ਗੁਰ ਪੂਰੇ, ਪੂਰੇ ਗੁਰੂ ਤੋਂ ਤੇਰੇ ਸੁਭਾਅ ਸੰਜਮ ਵਿੱਚ ਆ ਜਾਵੇ, ਸੋਚ ਸੰਜਮ ਵਿੱਚ ਆ ਜਾਵੇ। ਨਾਨਕ ਤਾਂ ਫਿਰ ਦੁੱਖ ਨਾ ਥੀਆ, ਇਹ ਨਾਨਕ ਜੀ, ਫਿਰ ਜਿਹੜਾ ਤੇਰੇ ਅੰਦਰ ਇਹ ਸੋਚ ਸੁਭਾਅ ਦੀ ਕਮਜ਼ੋਰੀ ਦਾ ਦੁੱਖ ਬੈਠਾ ਹੈ ਨਾ, ਇਹ ਨਹੀਂ ਰਹਿਣਾ, ਦੂਰ ਹੋ ਜਾਏਗਾ। ਸ਼ਲੋਕ ਵਾਸੁਦੇਵ ਸਰਵਤਰ ਮੈਂ, ਊਨ ਨਾ ਕਤਹੂੰ ਠਾਏ। ਵਾਸੁਦੇਵ ਵਾਹਿਗੁਰੂ ਜੀ ਨੂੰ ਕਿਹਾ, ਜੋ ਗਿਆਨ ਦੀ ਸੋਝੀ ਦਾ ਪ੍ਰਕਾਸ਼ ਦਿੰਦੇ ਨੇ। ਸਰਵਤਰ ਮੈਂ, ਹਰ ਇੱਕ ਦੇ ਅੰਦਰ ਨੇ, ਜੋਤ ਬਣ ਕੇ ਵਾਹਿਗੁਰੂ ਜੀ ਹਰ ਇੱਕ ਦੇ ਅੰਦਰ ਨੇ, ਗੁਣ ਬਣ ਕੇ ਵਾਹਿਗੁਰੂ ਜੀ ਹਰ ਇੱਕ ਦੇ ਅੰਦਰ ਨੇ, ਨਿਜ਼ਮ ਬਣ ਕੇ ਹਰ ਇੱਕ ਦੇ ਅੰਦਰ ਨੇ। ਤੇ ਪਿਛਲੀ ਪੰਕਤੀ ਵਿੱਚ ਤੇ ਕਹਿ ਦਿੱਤਾ, ਉਹ ਸੱਚਾ ਗਿਆਨ ਬਣ ਕੇ ਔਖਦ ਵੀ ਹਰ ਇੱਕ ਦੇ ਅੰਦਰ ਪਈ ਹੈ। ਦੇਖਣ ਦੀ ਇੱਛਾ ਕਿੰਨੀ ਕੁ ਹੈ? ਜੇ ਇੱਛਾ ਹੈ ਤਾਂ ਦੇਖਣ ਦਾ ਰੂਟੀਨ ਕਿੰਨਾ ਕੁ ਹੈ, ਆਦਤ ਕਿੰਨੀ ਕੁ ਬਣੀ ਹੋਈ ਹੈ, ਇਹ ਸੋਚ ਸੁਭਾਅ ਕਿੰਨਾ ਕੁ ਦ੍ਰਿੜ ਹੋ ਗਿਆ ਦੇਖਣ ਵਾਸਤੇ ਹਰ ਇੱਕ ਦੇ ਵਿੱਚੋਂ। ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ, ਇਹਦੇ ਵਿੱਚ ਕਾਏ ਦੁਰਾਏ, ਕੋਈ ਲੁਕੋ ਨਹੀਂ। ਇਹ ਨਾਨਕ ਜੀ, ਉਹ ਅੰਦਰ ਤੇ ਬਾਹਰ ਹਰ ਵੇਲੇ ਹੈ, ਅੰਗ ਸੰਗ ਹੈ, ਹਰ ਵਰਤਾਰੇ ਵਿੱਚ ਸੱਚਾ ਗਿਆਨ ਬਣ ਕੇ ਵਾਹਿਗੁਰੂ ਜੀ ਬੈਠੇ ਨੇ, ਹਰ ਇੱਕ ਦੇ ਵਿੱਚ ਗੁਣ ਬਣ ਕੇ ਬੈਠੇ ਨੇ, ਅੰਦਰ ਤੇ ਬਾਹਰ ਨਿਜ਼ਮ ਬਣ ਕੇ ਬੈਠੇ ਨੇ। ਪੌੜੀ ਹੁਣ ਇਹ 46ਵੀਂ ਪੌੜੀ 'ਚ ਦੱਸ ਰਹੇ ਨੇ, ਤੈਨੂੰ ਦਿਸਦਾ ਕਿਉਂ ਨਹੀਂ ਲੋਕਾਂ 'ਚ? ਦੂਜਿਆਂ 'ਚੋਂ ਤੈਨੂੰ ਰੱਬ ਦੇ ਗੁਣ ਦੇਖਣ ਦੀ ਬਜਾਏ ਤੈਨੂੰ ਔਗਣ ਕਿਉਂ ਫੋਕਸ ਹੁੰਦੇ ਨੇ? ਅੰਦਰ ਨਫ਼ਰਤ ਦੀ ਭਾਵਨਾ ਕਿਉਂ ਹੈ? ਉਹਦੇ ਤੋਂ ਬਚਣਾ ਕਿਵੇਂ ਹੈ? ਵਵਾ ਵੈਰ ਨ ਕਰੀਐ ਕਾਹੂ, ਵਵਾ ਅੱਖਰ ਤੋਂ ਸਿਖਾ ਰਹੇ ਨੇ ਕਿ ਵੈਰ ਕਰਨਾ ਬੰਦ ਕਰ ਦੇ, ਦੂਸਰੇ ਨੂੰ ਘਟੀਆ ਸਮਝਣਾ, ਧੜੇ ਬੰਦੀਆਂ ਵਾਲੀ ਸੋਚ ਤੋਂ ਉੱਪਰ ਉੱਠ। ਜਿਹਦੇ ਨਾਲ ਮੋਹ ਹੈ, ਜਿਹੜਾ ਚੰਗਾ ਲੱਗਦਾ, ਉਹਦੇ ਔਗਣ ਨਹੀਂ ਸੁਣਨੇ ਚਾਹੁੰਦਾ, ਉਹਦੇ ਔਗਣ ਪਰਚੋਲਣੇ ਨਹੀਂ ਚਾਹੁੰਦਾ, ਉੱਥੇ ਸੈਲਫ ਪਰਚੋਲ ਵੀ ਨਹੀਂ ਕਰਦਾ। ਤੇ ਜਿਹਦੇ ਨਾਲ ਬਣਦੀ ਨਹੀਂ ਹੈ, ਜਿਹੜੇ ਤੇਰੇ ਸੁਭਾਅ ਤੇ ਤੇਰੀ ਸੋਚ ਦੇ ਉਲਟ ਹੈ, ਉਹਨਾਂ ਦੇ ਗੁਣ ਨਹੀਂ ਦੇਖਣੇ ਚਾਹੁੰਦਾ, ਉਹਨਾਂ ਦੀਆਂ ਚੰਗਿਆਈਆਂ ਨਹੀਂ ਦੇਖਣੇ ਚਾਹੁੰਦਾ। ਵੈਰ ਛੱਡ ਦੇ ਮਨਾ, ਇਹ ਮਨਾ, ਇਹ ਬੜੀ ਭੈੜੀ ਆਦਤ ਹੈ, ਛੱਡ ਦੇ। ਘਟ ਘਟ ਅੰਤਰ ਬ੍ਰਹਮ ਸਮਾਹੂ, ਹਰ ਇੱਕ ਅੰਦਰ ਵਾਹਿਗੁਰੂ ਜੀ ਬੈਠੇ ਨੇ।
ਉਹਨੂੰ ਗੁਣਾਂ ਦੇ ਰੂਪ ਵਿੱਚ ਦੇਖ, ਮਹਿਸੂਸ ਕਰ। ਵਾਸੁਦੇਵ ਜਲ ਥਲ ਮਹਿ ਰਵਿਆ। ਵਾਹਿਗੁਰੂ ਜੀ ਤਾਂ ਜਲ ਥਲ ਕਹਾਵਤ ਹੈ, ਅਰਥ ਹੈ ਹਰ ਥਾਂ ਤੇ ਹਰ ਕੋਨੇ ਵਿੱਚ ਸੱਚਾ ਗਿਆਨ ਬਣ ਕੇ ਬੈਠੇ। ਗੁਰ ਪ੍ਰਸਾਦ ਵਿਰਲੇ ਹੀ ਗਵਿਆ। ਵਿਰਲੇ ਨੇ ਜਿਨ੍ਹਾਂ ਨੇ ਗੁਰ ਸਰੂਪ ਦੀ ਗਿਆਨ ਰੂਪੀ ਨਾਮ ਦੀ ਕਿਰਪਾ ਦੇ ਨਾਲ ਗੁਰੂ ਦੇ ਉਪਦੇਸ਼ ਮੰਨ ਕੇ ਉਸ ਨੂੰ ਮਾਣਿਆ। ਆਖੋ ਵਾਹਿਗੁਰੂ। ਗਵਿਆ, ਉਹਦੇ ਆਨੰਦ ਨੂੰ ਮਾਣਿਆ, ਮਹਿਸੂਸ ਕੀਤਾ। ਵੈਰ ਵਿਰੋਧ ਮਿਟੇ ਤਿਹ ਮਨ ਤੇ। ਉਹਨਾਂ ਦੇ ਮਨ 'ਚੋਂ ਵੈਰ ਵਿਰੋਧ ਮਿਟ ਗਏ ਨੇ। ਜਿੱਥੇ ਪਤਾ ਹੈ ਕਿ ਸੁਭਾਅ ਦੀ ਸੋਚ ਦੀ ਕੰਟਰਾਡਿਕਟਰੀ ਆ ਗਈ ਹੈ, ਇਹਦਾ ਸੁਭਾਅ ਤੇ ਮੇਰਾ ਸੁਭਾਅ ਹੁਣ ਮਿਲਦਾ ਨਹੀਂ, ਹੁਣ ਇਹਦੀ ਸੋਚ ਤੇ ਮੇਰੀ ਸੋਚ ਮਿਲਦੀ ਨਹੀਂ। ਜੇ ਮੈਂ ਇਹਦੇ ਨਾਲ ਹੋਰ ਵਿਚਾਰਾਂ ਕਰਾਂਗਾ, ਇਹ ਮੈਨੂੰ ਹੋਰ ਘਟੀਆ ਸਮਝੇਗਾ, ਅੰਦਰ ਨਫ਼ਰਤ ਪੈਦਾ ਹੋਏਗੀ ਤੇ ਗੁਰਮੁਖ ਆਪਣੇ ਆਪ ਨੂੰ ਪਿੱਛੇ ਹਟ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਨਾ ਬਦਲਾ ਲੂ ਭਾਵਨਾ ਹੈ। ਉਹਨੂੰ ਜ਼ਿੰਦਗੀ ਦੀ ਅਸਲੀਅਤ ਸਮਝ ਆਈ ਹੁੰਦੀ ਹੈ। ਉਹਨਾਂ ਦੇ ਅੰਦਰੋਂ ਵੈਰ ਵਿਰੋਧ ਮਿਟਿਆ ਹੁੰਦਾ ਹੈ। ਉਹ ਵਿਰੋਧ ਵੇਲੇ ਹੀ ਪਿੱਛੇ ਹਟ ਜਾਂਦੇ ਨੇ ਤੇ ਵੈਰ ਨਹੀਂ ਪੈਦਾ ਹੋਣ ਦਿੰਦੇ। ਹਰ ਕੀਰਤਨ ਗੁਰਮੁਖ ਜੋ ਸੁਣਤੇ। ਉਹ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਰੱਬੀ ਗਿਆਨ, ਰੱਬੀ ਗੁਣਾਂ ਦੀ ਸਿਫਤ ਸਲਾਘਾ ਜੋ ਗੁਰਬਾਣੀ ਨੇ ਦੱਸੀ ਹੈ, ਉਹਨੂੰ ਸੁਣਦੇ ਨੇ, ਉਹਦੀ ਡਿਸਕਸ਼ਨ ਕਰਦੇ ਨੇ। ਡਿਸਕਸ਼ਨ ਕਰਨਾ ਕੀਰਤਨ ਹੈ। ਉਸ ਨੂੰ ਸੁਣਦੇ ਨੇ, ਭਾਵ ਮੰਨਦੇ ਨੇ। ਵਰਨ ਚਿਹਨ ਸਗਲਾ ਤੇ ਰਹਤੇ। ਉਹ ਫਿਰ ਵਰਨ ਚਿਹਨ ਜੋ ਵਾਹਿਗੁਰੂ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਕੋਈ ਚਿੰਨ੍ਹ ਨਹੀਂ, ਕੋਈ ਰੂਪ ਨਹੀਂ, ਆਕਾਰ ਨਹੀਂ, ਉਹ ਤੇ ਸੱਚਾ ਗਿਆਨ ਬਣ ਕੇ ਬੈਠੇ ਨੇ। ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਫਿਰ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਜੋ ਗੁਰਮੁਖ ਜੀਵਨ ਨੇ, ਗੁਰਸਿੱਖ ਨੇ, ਫਿਰ ਰੱਬ ਦੀਆਂ ਵਿਚਾਰਾਂ ਕਰਦੇ ਨੇ, ਰੱਬ ਦੇ ਨਿਯਮਾਂ ਦੀਆਂ, ਗੁਣਾਂ ਦੀਆਂ ਵਿਚਾਰਾਂ ਕਰਦੇ ਨੇ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਦਾਤ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।